ਉੱਥੇ ਕਾਮਰੇਡਾਂ ਦੀ ਜਿਹੜੀ ਮਤਲਬ ਗੁਰੂ ਘਰਾਂ ਦੇ ਨਾਲ ਨਫ਼ਰਤ ਵਾ, ਉਹ ਨਫ਼ਰਤ ਦੇ ਚੱਲਦਿਆਂ ਇਹ ਕਾਮਰੇਡ ਗੁਰੂ ਘਰ ਢਾਹ ਤੇ ਸਕਦੇ ਆ ਪਰ ਬਣਾ ਨਹੀਂ ਸਕਦੇ। ਤੇ ਜੇ ਗੁਰੂ ਘਰ ਇੱਥੇ ਬਣਾਇਆ ਵਾ ਗਦਰੀ ਬਾਬਿਆਂ ਨੇ ਅੱਜ ਤੋਂ ਕਰੀਬ 125 ਸਾਲ ਪਹਿਲਾਂ, ਤਾਂ ਫਿਰ ਉਹਨਾਂ ਦੀ ਗੁਰੂ ਮਹਾਰਾਜ ਦੇ ਵਿੱਚ ਸ਼ਰਧਾ ਹੋਊਗੀ ਤੇ ਫਿਰ ਉਹਨਾਂ ਨੇ ਆਪਣੇ ਹਾਂਜੀ ਕੈਮਰਾ ਘੁਮਾ ਕੇ ਦਿਖਾ ਸਕਦੇ, ਪਰ ਉਹ ਲਿਖਿਆ ਵਾ ਸਟਾਕਟਨ ਗੁਰਦੁਆਰਾ 1929 ਚ ਬਿਲਡਿੰਗ ਬਣੀ ਸੀਗੀ 1929 ਦੇ ਵਿੱਚ। ਹਾਂਜੀ ਜੇ 29 ਦੇ ਵਿੱਚ ਸਾਡੇ ਬਾਬਾ ਜਵਾਲਾ ਸਿੰਘ ਹੋਣੀ, ਬਾਬਾ ਤੇਜਾ ਸਿੰਘ ਹੋਣੀ, ਬਾਬਾ ਸੋਹਣ ਸਿੰਘ ਭਕਨੇ ਹੋਣੀ, ਹਾਂਜੀ ਆਹ ਜੇ ਬਿਲਡਿੰਗ ਬਣਾਉਂਦੇ ਆ, ਹਾਂਜੀ ਕਾਮਰੇਡਾਂ ਦਾ ਕੰਮ ਆ ਗੁਰਦੁਆਰੇ ਬਣਾਉਣੇ ਤੇ ਫਿਰ ਚੜ੍ਹਦੀ ਕਲਾ ਵਾ। ਇਹਨਾਂ ਨੇ ਦੇਸ਼ ਪੰਜਾਬ ਵਾਸਤੇ ਜੰਗ ਲੜੀ ਤੇ ਆਪਣਾ ਤਨ ਮਨ ਧਨ ਸਭ ਵਾਰਿਆ। ਅੱਜ ਵੀ ਤੁਸੀਂ ਝੰਡੇ ਵੇਖ ਲਓ, ਅੱਜ ਵੀ ਆ ਧਰਤੀ ਆ ਜਿਹੜੀ ਦੇਸ਼ ਪੰਜਾਬ ਦਾ ਲੜਦੀ ਆ। ਜਿੰਨੇ ਚਿਰ ਦੇਸ਼ ਆਜ਼ਾਦ ਹੁੰਦਾ ਲੜਦੇ ਰਵਾਂਗੇ, ਕਿਉਂਕਿ ਸਾਨੂੰ ਗਦਰੀ ਦੱਸ ਕੇ ਗਏ ਆ ਲਾਣਾ ਕਿੱਦਾਂ ਆਪਣੇ ਘਰਾਂ ਵਾਸਤੇ। ਕਰਤਾਰ ਸਿੰਘ ਸਰਾਭਾ ਇਸ ਗੁਰੂ ਘਰ ਦੇ ਵਿੱਚ ਸੈਕਟਰੀ ਹੁੰਦਾ ਸੀਗਾ। ਹਾਂਜੀ ਬਿਲਕੁਲ, ਜਿੱਦਾਂ ਕਿ ਇਹੋ ਪ੍ਰਚਾਰ ਕੀਤਾ ਜਾਂਦਾ ਕਿ ਜੇ ਮਤਲਬ ਕਰਤਾਰ ਸਿੰਘ ਸਰਾਭੇ ਦੇ ਬਾਰੇ ਵੀ ਇਹਨਾਂ ਦੱਸਿਆ ਗਿਆ, ਕਰਤਾਰ ਸਿੰਘ ਸਰਾਭਾ ਵੀ ਕਾਮਰੇਡ ਸੀ ਜਿੱਦਾਂ ਹੀ। ਤੇ ਜੇ ਕਰਤਾਰ ਸਿੰਘ ਸਰਾਭਾ ਇਸ ਗੁਰੂ ਘਰ ਦੇ ਵਿੱਚ ਸੈਕਟਰੀ ਦੇ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਸੀ, ਬਕਾਇਦਾ ਕਰਦੇ ਹੋਣਗੇ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਸਤਿਕਾਰ ਗੁਰੂ ਸਾਹਿਬ ਬਾਰੇ ਹੋਊਗਾ। ਜੇ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਏਡੇ ਵੱਡੇ ਸੰਘਰਸ਼ ਦੀ ਜਿਹੜੀ ਸੀ ਉਹ ਮਤਲਬ ਵੀ ਲਹਿਰ ਨੂੰ ਅੱਗੇ ਲੈ ਕੇ ਤੁਰੇ। ਤੁਹਾਡਾ ਜਿਹੜਾ ਦੇਸ਼ ਪੰਜਾਬ ਆ ਉਹ ਗੋਰਿਆਂ ਕੋਲ ਦਾ ਸੋਨਾ ਸੀ, ਪਰ ਸਾਡੀ ਬਦਕਿਸਮਤੀ ਹੋ ਗਈ ਕਿ ਅਸੀਂ ਦੇਸ਼ ਪੰਜਾਬ ਨੂੰ ਇੰਡੀਆ ਨਾਲ ਜੋੜਤਾ। ਸਾਨੂੰ ਅੱਜ ਆਹ ਪੜ੍ਹਿਆ ਜਾਂਦਾ ਵਾ ਕਿ ਉਹ ਇੰਡੀਆ ਵਾਸਤੇ ਨਹੀਂ ਲੜੇ ਸੀਗੇ, ਉਹ ਦੇਸ਼ ਪੰਜਾਬ ਵਾਸਤੇ ਲੜੇ। ਇਸੇ ਗੁਰੂ ਘਰ ਸੈਕਟਰੀ ਸੀਗਾ। ਸਾਡੇ ਕੋਲ ਘੱਟੋ ਘੱਟ ਵੀ ਤੇ 16-17 ਰਜਿਸਟਰ ਪਏ ਆ ਜਿੱਥੇ ਗਰਾਈਆਂ ਹੋਈਆਂ ਵਾ 1890 ਤੋਂ ਲੈ ਕੇ ਤੇ 1947 ਤੱਕ ਜਿਹੜਾ ਵਾ ਉਹ ਰਜਿਸਟਰ ਸਾਡੇ ਕੋਲ ਪਏ ਸਾਰੇ, ਉਹ ਹੱਥ ਲਿਖਤਾਂ ਸਾਰੀਆਂ ਬਾਬਿਆਂ ਨੇ ਕਿੰਨੀ ਗਰਾਈ ਦਿੱਤੀ ਤੇ ਕਿਹੜੇ ਬੰਦੇ ਨੇ ਬੇਈਮਾਨੀ ਕੀਤੀ ਆ। ਉਹਦੇ ਚ ਜਿਹੜਾ ਲਾਲਾ ਲਾਜਪਤ ਰਾਏ ਜਿਹਨੂੰ ਸ਼ਹੀਦ ਕਹਿੰਦੇ ਆ, ਉਹ ਚ ਲਿਖਿਆ ਵੀ ਗਦਾਰ ਆ। ਉਹ ਬਾਬਿਆਂ ਨੇ ਉਹਨੂੰ ਪੈਸੇ ਭੇਜੇ ਤਾਂ ਪੈਸੇ ਖਾ ਗਿਆ, ਸਾਡੇ ਕੋਲ ਰਜਿਸਟਰ ਪਿਆ ਨਹੀਂ। ਆਪਾਂ ਖਾਲਸਾ ਜੀ ਇਦਾਂ ਕਰ ਜਗ੍ਹਾ ਵਾ ਬਾਬਿਆਂ ਸਾਨੂੰ ਦਿੱਤੀ ਸੀ ਬਣਾ ਕੇ 1890 ਦੇ ਵਿੱਚ। ਹਾਂਜੀ 1890 ਚ ਆਪਣੇ ਸਿੰਘ ਪਹਿਲਾਂ ਆ ਗਏ ਸੀ, ਪਰ 1890 ਚ ਗੁਰੂ ਘਰ ਬਣ ਗਿਆ ਸੀ ਆਪਣਾ ਜਿਹੜਾ ਵਾ। ਹਾਂਜੀ ਜਿੱਥੇ ਸਾਰੇ ਸਿੰਘ ਬਹਿ ਕੇ ਤੇ ਮਤਲਬ ਬਾਣੀ ਪੜ੍ਹਦੇ ਆ ਤੇ ਆਪਣੀ ਕਿਰਤ ਕਰਦੇ ਸੀ ਸਾਰੇ ਸਿੰਘ ਆਪਣੇ ਜਿਹੜੇ ਆ। ਹਾਂਜੀ ਤੇ ਜੇ ਕੋਈ ਤੁਹਾਡਾ ਕੋਈ ਸਵਾਲ ਹੈਗਾ ਤਾਂ ਮੈਂ ਤੁਹਾਨੂੰ ਦੱਸ ਸਕਦਾ, ਕੋਈ ਵੀ ਤੁਹਾਡਾ ਸਵਾਲ ਆ, ਕੋਈ ਗੁਰੂ ਘਰ ਬਾਰੇ, ਕੋਈ ਗਦਰੀ ਮੂਵਮੈਂਟ ਬਾਰੇ, ਕੋਈ ਤੁਹਾਡਾ ਸਵਾਲ। ਹਾਂਜੀ ਸਵਾਲ ਤੇ ਆਪਣਾ ਖਾਲਸਾ ਜੀ ਸਿਰਫ ਇੱਕ ਹੀ ਆ ਵੀ ਜਿਹੜਾ ਕੁਝ ਪ੍ਰਚਾਰਿਆ ਗਿਆ ਮੋਰਚੇ ਦੇ ਵਿੱਚ ਵੀ ਗਦਰੀ ਬਾਬੇ ਵੀ ਜਿਹੜੇ ਉਹ ਕਾਮਰੇਡ ਸੀ। ਚਲੋ ਉਹ ਭਗਤ ਸਿੰਘ ਬਾਰੇ ਤੇ ਆਪਾਂ ਮਤਲਬ ਵੀ ਇਹ ਗੱਲ ਹੀ ਨਹੀਂ ਕਰਦੇ ਵੀ ਭਗਤ ਸਿੰਘ ਦੀ ਵੀ ਚਲੋ ਹੋਊਗਾ ਕਾਮਰੇਡ, ਆਪਾਂ ਨੂੰ ਕੋਈ ਹੈ ਨਹੀਂ, ਡਜ਼ਨਟ ਮੈਟਰ ਉਹਦੇ ਬਾਰੇ। ਪਰ ਕਰਤਾਰ ਸਿੰਘ ਸਰਾਭੇ ਬਾਰੇ, ਗਦਰੀ ਬਾਬਿਆਂ ਬਾਰੇ ਜਿਹੜੀਆਂ ਕੋਈ ਗੱਲਾਂ ਕੀਤੀਆਂ ਗਈਆਂ ਵਾ, ਉਹਨਾਂ ਬਾਰੇ ਮੈਂ ਇੰਨੀ ਗੱਲ ਪੁੱਛਣਾ ਚਾਹੁੰਦਾ ਵਾਂ ਵੀ ਕਾਮਰੇਡਾਂ ਦੀ ਇੱਕ ਮੈਂ ਤੁਹਾਨੂੰ ਗੱਲ ਤਾਂ ਤੁਸੀਂ ਵੀ ਤਾਂ ਪਤਾ, ਆਪਾਂ ਵਿਚਰਦੇ ਰਹਿੰਦੇ ਕਈ ਵਾਰੀ ਕਲੱਬ ਹਾਊਸ ਤੇ ਸੋਸ਼ਲ ਮੀਡੀਆ ਤੇ, ਉੱਥੇ ਕਾਮਰੇਡਾਂ ਦੀ ਜਿਹੜੀ ਮਤਲਬ ਗੁਰੂ ਘਰਾਂ ਦੇ ਨਾਲ ਨਫ਼ਰਤ ਵਾ, ਉਹ ਨਫ਼ਰਤ ਦੇ ਚੱਲਦਿਆਂ ਇਹ ਕਾਮਰੇਡ ਗੁਰੂ ਘਰ ਢਾਹ ਤੇ ਸਕਦੇ ਆ ਪਰ ਬਣਾ ਨਹੀਂ ਸਕਦੇ। ਤੇ ਜੇ ਗੁਰੂ ਘਰ ਇੱਥੇ ਬਣਾਇਆ ਵਾ ਗਦਰੀ ਬਾਬਿਆਂ ਨੇ ਅੱਜ ਤੋਂ ਕਰੀਬ 125 ਸਾਲ ਪਹਿਲਾਂ, ਤਾਂ ਫਿਰ ਉਹਨਾਂ ਦੀ ਗੁਰੂ ਮਹਾਰਾਜ ਦੇ ਵਿੱਚ ਸ਼ਰਧਾ ਹੋਊਗੀ ਤੇ ਫਿਰ ਉਹਨਾਂ ਨੇ ਆਪਣੇ ਹਾਂਜੀ ਕੈਮਰਾ ਘੁਮਾ ਕੇ ਦਿਖਾ ਸਕਦੇ, ਪਰ ਉਹ ਲਿਖਿਆ ਵਾ ਸਟਾਕਟਨ ਗੁਰਦੁਆਰਾ 1929 ਚ ਬਿਲਡਿੰਗ ਬਣੀ ਸੀਗੀ 1929 ਦੇ ਵਿੱਚ। ਹਾਂਜੀ ਜੇ 29 ਦੇ ਵਿੱਚ ਸਾਡੇ ਬਾਬਾ ਜਵਾਲਾ ਸਿੰਘ ਹੋਣੀ, ਬਾਬਾ ਤੇਜਾ ਸਿੰਘ ਹੋਣੀ, ਬਾਬਾ ਸੋਹਣ ਸਿੰਘ ਭਕਨੇ ਹੋਣੀ, ਹਾਂਜੀ ਆਹ ਜੇ ਬਿਲਡਿੰਗ ਬਣਾਉਂਦੇ ਆ। ਕਾਮਰੇਡਾਂ ਦਾ ਕੰਮ ਆ ਗੁਰਦੁਆਰੇ ਬਣਾਉਣੇ ਤੇ ਫਿਰ ਚੜ੍ਹਦੀ ਕਲਾ ਵਾ। ਤੇ ਫਿਰ ਜੇ ਕਾਮਰੇਡਾਂ ਨੇ ਗੁਰਦੁਆਰੇ ਬਣਾਉਣੇ ਆ ਤਾਂ ਫਿਰ ਤਾਂ ਪਰੌਲੇ ਕੋਈ ਨਹੀਂ, ਫਿਰ ਤਾਂ ਆਪਣਾ ਕਾਮਰੇਡ ਤਾਂ ਗੁਰਦੁਆਰੇ ਢਾਉਂਦੇ ਆ। ਬਿਲਕੁਲ ਗੱਲ ਤੇ ਹਾਂਜੀ। ਆਹ ਗੁਰਦੁਆਰਾ ਜਿਹੜਾ ਵਾ ਗਦਰੀ ਬਾਬਿਆਂ ਨੇ ਆਪਣੇ ਹੱਥੀਂ ਬਣਾਇਆ ਵਾ। ਹਾਂਜੀ ਤੇ ਜਿਨ੍ਹਾਂ ਨੇ ਦੇਸ਼ ਪੰਜਾਬ ਵਾਸਤੇ ਜੰਗ ਲੜੀ ਤੇ ਆਪਣਾ ਤਨ ਮਨ ਧਨ ਸਭ ਵਾਰਿਆ। ਅੱਜ ਵੀ ਤੁਸੀਂ ਝੰਡੇ ਵੇਖ ਲਓ, ਅੱਜ ਵੀ ਆ ਧਰਤੀ ਆ ਜਿਹੜੀ ਦੇਸ਼ ਪੰਜਾਬ ਦਾ ਲੜਦੀ ਆ। ਜਿੰਨੇ ਚਿਰ ਦੇਸ਼ ਆਜ਼ਾਦ ਹੁੰਦਾ ਲੜਦੇ ਰਵਾਂਗੇ, ਕਿਉਂਕਿ ਸਾਨੂੰ ਗਦਰੀ ਦੱਸ ਕੇ ਗਏ ਆ ਲਾਣਾ ਕਿੱਦਾਂ ਆਪਣੇ ਘਰਾਂ ਵਾਸਤੇ। ਕਰਤਾਰ ਸਿੰਘ ਸਰਾਭਾ ਇਸ ਗੁਰੂ ਘਰ ਦੇ ਵਿੱਚ ਸੈਕਟਰੀ ਹੁੰਦਾ ਸੀਗਾ। ਹਾਂਜੀ ਬਿਲਕੁਲ, ਜਿੱਦਾਂ ਕਿ ਇਹੋ ਪ੍ਰਚਾਰ ਕੀਤਾ ਜਾਂਦਾ ਕਿ ਜੇ ਮਤਲਬ ਕਰਤਾਰ ਸਿੰਘ ਸਰਾਭੇ ਦੇ ਬਾਰੇ ਵੀ ਇਹਨਾਂ ਦੱਸਿਆ ਗਿਆ, ਕਰਤਾਰ ਸਿੰਘ ਸਰਾਭਾ ਵੀ ਕਾਮਰੇਡ ਸੀ ਜਿੱਦਾਂ ਹੀ। ਤੇ ਜੇ ਕਰਤਾਰ ਸਿੰਘ ਸਰਾਭਾ ਇਸ ਗੁਰੂ ਘਰ ਦੇ ਵਿੱਚ ਸੈਕਟਰੀ ਦੇ ਤੌਰ ਦੇ ਉੱਤੇ ਸੇਵਾ ਨਿਭਾ ਰਹੇ ਸੀ, ਬਕਾਇਦਾ ਕਰਦੇ ਹੋਣਗੇ, ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਸਤਿਕਾਰ ਗੁਰੂ ਸਾਹਿਬ ਬਾਰੇ ਹੋਊਗਾ। ਜੇ ਉਹਨਾਂ ਨੇ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਏਡੇ ਵੱਡੇ ਸੰਘਰਸ਼ ਦੀ ਜਿਹੜੀ ਸੀ ਉਹ ਮਤਲਬ ਵੀ ਲਹਿਰ ਨੂੰ ਅੱਗੇ ਲੈ ਕੇ ਤੁਰੇ। ਹੁਣ ਗੱਲਬਾਤ ਇਹ ਆ ਵੀ ਜੇ ਵੇਖੋ ਕਰਤਾਰ ਸਿੰਘ ਸਰਾਭਾ ਮੋਸਟ ਇੰਟੈਲੀਜੈਂਟ ਬੰਦੇ ਸੀ, ਬਹੁਤ ਇੰਟੈਲੀਜੈਂਟ ਸੀ। ਤੇ ਇਦਾਂ ਦੀ ਵੀ ਕੋਈ ਉਦੋਂ ਗੱਲਬਾਤ ਨਹੀਂ ਹੋ ਸਕਦੀ ਵੀ ਜੇ ਉਹਨਾਂ ਨੇ ਮਤਲਬ ਵੀ
ਗੁਰੂ ਸਾਹਿਬ ਦੇ ਸਤਿਕਾਰ ਨਾ ਹੁੰਦਾ ਤੇ ਉਹ ਫਿਰ ਆਪਣੀ ਕਾਮਰੇਡੀ ਵਿਚਾਰਧਾਰਾ ਨੂੰ ਲੈ ਕੇ ਤੇ ਕਿਤੇ ਹੋਰ ਵੀ ਜੌਬ ਕਰ ਸਕਦੇ, ਹੋ ਸਕਦਾ ਸੀ ਇਹ ਤੋਂ ਬੈਟਰ ਜੌਬ ਕਰ ਲੈਂਦੇ। ਨਾਲੇ ਉਹ ਉੱਥੇ ਪੜ੍ਹਦੇ ਸੀਗੇ, ਤੇ ਪੜ੍ਹਨ ਦੇ ਨਾਲ ਉਹਦਾ ਕੰਮ ਸੀਗਾ ਕਿ ਜਿਹੜਾ ਦੇਸ਼ ਪੰਜਾਬ ਆ ਉਹਨੂੰ ਆਜ਼ਾਦ ਕਰਾਉਣਾ ਵਾ। ਉਹਦੇ ਵਾਸਤੇ ਸਿੱਖਾਂ 'ਚ ਪ੍ਰਚਾਰ ਕਰਦੇ ਸੀਗੇ ਜਾ ਕੇ, ਜਿਹੜੇ ਸਿੱਖ ਇੱਥੇ ਆਪਣਾ ਹੋਲਟ ਖੇਤੀ ਕਰਦੇ ਸੀਗੇ ਜਾਂ ਬਰਕਲੇ ਸੀਗੇ, ਸਨ ਫਰਾਂਸਿਸਕੋ ਸੀਗੇ, ਉਹਨਾਂ ਸਿੰਘਾਂ ਨੂੰ ਮਿਲਦੇ ਸੀਗੇ ਫੇਸ ਟੂ ਫੇਸ ਜਾ ਕੇ ਦੱਸਣਾ ਜਾ ਕੇ ਲੋਕਾਂ ਨੂੰ ਵੀ ਤੁਹਾਡਾ ਜਿਹੜਾ ਦੇਸ਼ ਪੰਜਾਬ ਆ ਉਹ ਗੋਰਿਆਂ ਕੋਲੋਂ ਦਸ਼ਾਉਣਾ ਸੀ। ਪਰ ਸਾਡੀ ਬਦਕਿਸਮਤੀ ਹੋ ਗਈ ਕਿ ਅਸੀਂ ਦੇਸ਼ ਪੰਜਾਬ ਨੂੰ ਇੰਡੀਆ ਨਾਲ ਜੋੜਤਾ। ਸਾਨੂੰ ਅੱਜ ਆਹ ਪੜ੍ਹਿਆ ਜਾਂਦਾ ਵਾ ਕਿ ਉਹ ਇੰਡੀਆ ਵਾਸਤੇ ਨਹੀਂ ਲੜੇ ਸੀਗੇ, ਉਹ ਦੇਸ਼ ਪੰਜਾਬ ਵਾਸਤੇ ਲੜੇ। ਇਸੇ ਗੁਰੂ ਘਰ ਸੈਕਟਰੀ ਸੀਗਾ। ਸਾਡੇ ਕੋਲ ਘੱਟੋ ਘੱਟ ਵੀ ਤੇ 16-17 ਰਜਿਸਟਰ ਪਏ ਆ ਜਿੱਥੇ ਗਰਾਈਆਂ ਹੋਈਆਂ ਵਾ 1890 ਤੋਂ ਲੈ ਕੇ ਤੇ 1947 ਤੱਕ ਜਿਹੜਾ ਵਾ ਉਹ ਰਜਿਸਟਰ ਸਾਡੇ ਕੋਲ ਪਏ ਸਾਰੇ, ਉਹ ਹੱਥ ਲਿਖਤਾਂ ਸਾਰੀਆਂ ਬਾਬਿਆਂ ਦੀਆਂ, ਕਿੰਨੀ ਗਰਾਈ ਦਿੱਤੀ ਤੇ ਕਿਹੜੇ ਬੰਦੇ ਨੇ ਬੇਈਮਾਨੀ ਕੀਤੀ ਆ। ਉਹਦੇ ਚ ਜਿਹੜਾ ਲਾਲਾ ਲਾਜਪਤ ਰਾਏ ਜਿਹਨੂੰ ਸ਼ਹੀਦ ਕਹਿੰਦੇ ਆ, ਉਹ ਚ ਲਿਖਿਆ ਵੀ ਗਦਾਰ ਆ ਉਹ। ਬਾਬਿਆਂ ਨੇ ਉਹਨੂੰ ਪੈਸੇ ਭੇਜੇ ਤਾਂ ਪੈਸੇ ਖਾ ਗਿਆ, ਸਾਡੇ ਕੋਲ ਰਜਿਸਟਰ ਪਿਆ ਨਹੀਂ। ਆਪਾਂ ਖਾਲਸਾ ਜੀ ਇਦਾਂ ਕਰਨਾ ਵਾ ਨਾ, ਆਪਾਂ ਸੋਮਵਾਰ ਨੂੰ ਫੇਰ ਇੱਕ ਕਿਉਂਕਿ ਲਾਈਵ ਦੀ ਆਪਸ਼ਨ ਆਪਣੀ ਅਵੇਲੇਬਲ ਹੋ ਗਈ, ਹੁਣ ਆਪਾਂ ਫੇਰ ਕਰ ਲਾਂਗੇ। ਕਿਉਂਕਿ ਇਹ ਜਿਹੜਾ ਇੱਕ ਝੂਠ ਦਾ ਪਸਾਰਾ ਇਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ, ਸਪੈਸ਼ਲੀ 1995 ਤੋਂ ਬਾਅਦ ਇੱਕ ਕਾਮਰੇਡੀ ਪ੍ਰਚਾਰ ਦਾ ਜਿਹੜਾ ਪਸਾਰ ਪੰਜਾਬ ਦੇ ਵਿੱਚ ਵਧਾਇਆ ਵਾ, ਉਹਨੇ ਸਾਡਾ 15-20 ਸਾਲ ਆਪਣੇ ਯੂਥ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਪਰ ਹੁਣ ਜੋ ਇੱਕ ਆਪਾਂ ਪਿਛਲੇ 5 ਸਾਲ ਤੋਂ ਲਾਈਏ ਤੇ ਉਸ 5 ਸਾਲ ਦੇ ਵਿੱਚ ਕਾਫੀ ਹੱਦ ਤੱਕ ਇਹਨਾਂ ਦੇ ਨੈਰੇਟਿਵ ਜਿਹੜੇ ਬਣੇ ਉਹ ਆਪਾਂ ਤੋੜਨ ਦੇ ਵਿੱਚ ਕਾਮਯਾਬ ਰਹੇ ਆ। ਅਸੀਂ ਨਾ ਜੀ, ਸਾਨੂੰ ਜਦੋਂ ਪਤਾ ਲੱਗਾ ਨਾ, ਤਾਂ ਮੈਂ ਸੈਕਟਰੀ ਦੱਸੀ ਗਈ ਸਟਾਰਟਿੰਗ ਗੁਰੂ ਘਰ ਕਮੇਟੀ ਦੇ ਵਿੱਚ ਇੱਥੇ, ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਨਾ ਗਦਰੀ ਬਾਬਿਆਂ ਨੂੰ ਇਹਨਾਂ ਨੇ ਕਾਮਰੇਡ ਬਣਾ ਕੇ ਤੇ ਪੇਸ਼ ਕੇ ਤੇ ਮੇਲੇ ਲਾਉਣੇ ਲੋਕਾਂ ਦੇ, ਮਤਲਬ ਸੱਦਣੇ ਕਲਾਕਾਰ ਸੱਦ ਕੇ ਤੇ ਮੇਲੇ ਲਾਉਣੇ। ਜਦੋਂ ਅਸੀਂ ਆਏ ਤਾਂ ਸਾਡੇ ਨਾਲ ਭਾਈ ਮਨਜੀਤ ਸਿੰਘ ਗੁੱਪਰ ਹੋਣੀ ਆ ਲੋਹੜਾਈ ਤੋਂ, ਉਹ ਪ੍ਰਧਾਨ ਸੀਗੇ ਕਮੇਟੀ ਦੇ ਵਿੱਚ। ਫਿਰ ਸਾਡੇ ਨਾਲ ਕਾਫੀ ਸਿੰਘ ਰਲ ਕੇ ਫਿਰ ਅਸੀਂ 100 ਸਾਲਾ ਮਨਾਇਆ ਸੀਗਾ ਵੀ 100 ਸਾਲ ਪਹਿਲਾਂ ਜਦੋਂ ਸਾਡੇ ਸਿੱਖ ਇੱਥੇ ਆਏ ਆ। ਹਾਂਜੀ। ਤੇ ਉਦੋਂ ਫਿਰ ਸਾਨੂੰ ਪਤਾ ਲੱਗਾ ਕਿ ਆ ਕਿੱਡੇ ਮਹਾਨ ਯੋਧੇ, ਬਾਣੀ ਤੇ ਬਾਣ ਦੇ ਧਾਰਨੀ ਸਿੰਘ ਸੀਗੇ ਸਾਰੇ ਆੜੇ ਆ। ਮੈਂ ਤੁਹਾਨੂੰ ਫੋਟੋਆਂ ਵੀ ਦਿਖਾਈਆਂ, ਆ ਸਾਰੇ ਸਿੰਘ ਬਾਣੀ ਤੇ ਬਾਣੀ ਦੇ ਧਾਰਨੀ ਸੀਗੇ ਸਿੰਘ, ਜਿਨ੍ਹਾਂ ਨੂੰ ਇਹਨਾਂ ਕੁਛ ਲੋਕਾਂ ਨੇ ਏਜੰਸੀਆਂ ਦੇ ਭੱਜੇ ਚ ਆਣ ਕੇ ਤੇ ਸਿੱਖੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਆਪਾਂ ਇੱਥੇ ਖੜੇ ਆ ਸਰਾਬੇ ਦੇ ਵਾਰਸ, ਆਪਾਂ ਬਾਬਾ ਜਵਾਲਾ ਸਿੰਘ ਦੇ ਵਾਰਸ ਖੜੇ ਆ ਇੱਥੇ ਹੀ। ਜੇ ਤੁਹਾਨੂੰ ਮਿਰਚ ਲੱਗਦਾ ਵਾ ਕਿਤੇ ਵੀ ਮੈਂ ਮਤਲਬ ਕਮੀ ਆ ਮੇਰੇ 'ਚ, ਕੋਈ ਦੱਸ ਸਕਦੇ ਮੈਨੂੰ, ਤਾਂ ਜੇ ਮੇਰੇ 'ਚ ਕਹਿੰਦੇ ਮੈਂ ਉਹਨਾਂ ਬਜ਼ੁਰਗਾਂ ਦੀ, ਜਿਨ੍ਹਾਂ ਬਜ਼ੁਰਗਾਂ ਸਾਨੂੰ ਆ ਗੁਰੂ ਘਰ ਦਿੱਤਾ ਵਾ ਅੱਜ ਤੋਂ 150 ਸਾਲ ਪਹਿਲਾਂ, ਉਹ ਸਿੱਖੀ ਦਾ ਪ੍ਰਚਾਰ ਕਰਦੇ ਇੱਥੇ ਕਰਦੇ ਰਹੇ ਆਣ ਕੇ ਕੈਲੀਫੋਰਨੀਆ ਵਿੱਚ ਤੇ ਨਿਊਯਾਰਕ ਕੈਨੇਡਾ ਦੇ ਵਿੱਚ ਆ ਕੇ ਕਰਦੇ ਰਹੇ ਆ। ਵੇਖੋ ਜਿੱਦਾਂ ਹੁਣ ਆਪਾਂ ਅੰਦਰ ਤਸਵੀਰਾਂ ਵੇਖ ਕੇ ਆਏ ਆ, ਤਸਵੀਰਾਂ ਦੇ ਵਿੱਚ ਕੁਝ ਗਦਰੀ ਬਾਬਿਆਂ ਨੇ ਜਿੱਦਾਂ ਸੰਪੂਰਨ ਸਰੂਪ ਦੇ ਵਿੱਚ ਵਾ, ਜਿੱਦਾਂ ਉਹਨਾਂ ਨੇ ਮਤਲਬ ਵੀ ਅੰਮ੍ਰਿਤ ਛਕੇ ਆ, 3 ਫੁੱਟੀਆਂ ਕਿਰਪਾਨਾਂ ਫੜੀਆਂ ਵਾ। ਮੈਨੂੰ ਨਹੀਂ ਲੱਗਦਾ ਵੀ ਕੋਈ ਕਾਮਰੇਡ 3 ਫੁੱਟੀ ਕੀ ਮਤਲਬ ਵੀ 1 ਫੁੱਟੀ ਕਿਰਪਾਨ ਫੜਨ ਦੇ ਹੱਕ ਦੇ ਵਿੱਚ ਵੀ ਚੁੱਕ ਨਹੀਂ ਸਕਦੇ, ਭਾਰ ਹੀ ਨਹੀਂ ਚੁੱਕ ਸਕਦੇ ਸੀ। ਇਹ ਗੱਲ ਤੇ ਖਾਲਸਾ ਜੀ ਹੈਗੀ ਆ ਵੀ ਇੰਨਾ ਭਾਰ, ਇਹ ਜਿਹੜਾ ਕਿਰਪਾਨ ਦਾ ਭਾਰ ਜਿਹੜਾ ਹੁੰਦਾ ਉਹ 2-2.5 ਕਿਲੋ ਹੀ ਨਹੀਂ ਹੁੰਦਾ, ਯਾਨੀ ਕਿ ਉਹ ਜਿਹੜੀ ਉਹਨੂੰ ਚੁੱਕਣ ਦਾ ਜਿਹੜਾ ਆਪਣੀ ਆਤਮਕ ਜਿਹੜਾ ਆਪਣੀ ਚਾਹੀਦੀ ਆ ਨਾ, ਤਗੜੀ ਚਾਹੀਦੀ ਆਤਮਾ ਵੀ ਨਾ, ਉਨੀ ਕਿਰਪਾਨ ਪਰ ਲੈ ਕੇ ਜਾਣ ਲਈ। ਸੋ ਗੱਲਬਾਤ ਇਦਾਂ ਵਾ। ਤੇ ਬਾਬਾ ਜੀ ਮੁੜ ਕੇ ਜਦੋਂ ਆਪਣੇ ਇਥੋਂ ਇਹ ਕਿੰਨੀ ਸਨ ਦੇ ਵਿੱਚ ਗਦਰੀ ਬਾਬਿਆਂ ਨੇ ਮਤਲਬ ਪੰਜਾਬ ਨੂੰ ਚਾਲੇ ਪਾਏ ਆ, ਉਹਦੇ ਬਾਰੇ ਕੋਈ ਹੈ ਜਾਣਕਾਰੀ? ਐਗਜ਼ੈਕਟਲੀ ਤੇ ਮੇਰੇ ਕੋਲ ਬੁੱਕਾਂ ਪਈਆਂ ਵਾ, ਤੁਹਾਨੂੰ ਮੈਂ ਸਾਰੀ ਬੁੱਕ ਦੇਵਾਂਗਾ ਤੁਹਾਨੂੰ ਉਹਦੀ, ਜਿਹੜੀ ਇਹ 100 ਸਾਲ ਦੇ ਬਣਾਈ, ਐਗਜ਼ੈਕਟਲੀ ਡੇਟਾ ਵਾ, ਕਦੋਂ ਆਏ, ਕਿਵੇਂ ਕੀਤਾ, ਕਿੱਦਾਂ ਕਿ ਸਾਨੂੰ ਸਾਰਾ ਕੁਝ ਪਿਆ ਇਹਦਾ। ਹਾਂਜੀ, ਉਹਦੀ ਕਿਤਾਬ ਮੈਨੂੰ ਮਤਲਬ ਵੀ ਮੈਂ ਹੈਂਡ ਓਵਰ ਕਰ ਸਕਦਾ ਹਾਂ, ਜਿੱਦਾਂ ਮਤਲਬ ਵੀ ਉਹਨੂੰ ਲੈ ਕੇ ਤੇ ਆਪਾਂ ਵੀ ਕਿਤੇ ਜਿੱਦਾਂ ਹੁਣ ਮੈਂ ਤੁਹਾਨੂੰ ਪਤਾ ਮੈਂ ਲੌਂਗ ਹਾਲ ਤੇ ਹੁੰਨਾ ਜ਼ਿਆਦਾ, ਤੇ ਫਿਰ ਮੈਂ ਉੱਥੇ ਰਸਤੇ 'ਚ ਪੜ੍ਹ ਕੇ ਜਾਂ ਮੈਂ ਉਹਨਾਂ ਬਾਰੇ ਲਿਖ ਸਕਦਾ ਵਾਂ, ਕੁਝ ਹੋਰ ਜਾਣਕਾਰੀ ਆਪਣੇ ਯੂਥ ਨੂੰ ਆਪਾਂ ਦੇ ਸਕਦੇ ਹਾਂ। ਤੇ ਮੈਂ ਇੱਕ ਵਾਰੀ ਫਿਰ ਕੋਸ਼ਿਸ਼ ਕਰਾਂਗਾ ਸੋਮਵਾਰ ਦੀ ਛੁੱਟੀ ਕਰਨ ਦੀ। ਹਾਂਜੀ, ਤੇ ਆਪਾਂ ਫਿਰ ਜਿਹੜੀਆਂ ਤੁਸੀਂ ਆਪਾਂ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਦੱਸਿਆ ਵੀ ਹੁਣ ਬਹੁਤੇ ਲੋਕ ਤੇ ਲਾਲਾ ਲਾਜਪਤ ਰਾਏ ਨੂੰ ਪੁੱਜੀ ਜਾਂਦੇ ਆ, ਸ਼ਹੀਦ ਮੰਨੀ ਜਾਂਦੇ ਆ, ਤੇ ਬਾਬਿਆਂ ਦੇ ਕੋਲੋਂ ਬਾਬਿਆਂ ਨੇ ਪੈਸੇ ਭੇਜੇ ਦੇਸ਼ ਪੰਜਾਬ ਵਾਸਤੇ ਤੇ ਉਹ ਸਾਲਾ ਪੈਸਾ ਖਾ ਗਿਆ। ਕਿਉਂ ਉਹਨਾਂ ਲਿਖਿਆ ਰਜਿਸਟਰ ਲਿਖਿਆ ਅਟ ਕੇ ਪਿਆ ਰਜਿਸਟਰ ਤੇ, ਬਾਬੇ ਦਾ ਹੱਥ ਲਿਖੀ ਆ। ਹਾਂਜੀ, ਵੀ ਆਹ ਬੰਦੇ ਨੇ ਬੇਈਮਾਨੀ ਕੀਤੀਆਂ, ਕਿੱਦਾਂ ਸਾਡੀ ਕੌਮ ਦਾ ਪਹਿਵਾ। ਕਿਹੜੇ ਬਾਬਾ ਜੀ ਨੇ ਲਿਖਿਆ, ਮਤਲਬ ਵੀ ਉਹਨਾਂ ਦਾ ਨਾਮ ਜਾਣਦੇ ਤੁਸੀਂ ਜਾਂ ਉਦੋਂ ਆਪਾਂ ਨੂੰ? ਜਿਹੜੇ ਰਜਿਸਟਰ ਹੈ ਨਾ, ਉਹਦੇ ਜਿਹੜਾ ਸੈਕਟਰੀ ਸੀ ਉਸ ਟਾਈਮ ਦੇ ਉੱਪਰ, ਉਹ ਲਿਖ ਦਿੰਦਾ ਸੀਗਾ ਸਾਰੀਆਂ ਜਿਹੜੀ ਜਦੋਂ ਗ੍ਰਾਈ ਕਰਨੀ ਹੈ, ਰਾਈਟ, ਜਦੋਂ ਐਗਜ਼ਾਮਪਲ ਤੁਸੀਂ ਆਏ ਆ, ਤੇ ਇੰਨੀ ਡਿਟੇਲ 'ਚ ਲਿਖਿਆ ਵਾ ਕਿ ਜਿੱਦਾਂ ਲਾ ਲਓ ਅੱਜ ਬਘੇਲ ਸਿੰਘ ਆ, ਰਾਈਟ, ਬਘੇਲ ਸਿੰਘ ਸਾਨੂੰ ਮਿਲਣ ਆਇਆ ਤੇ ਅਸੀਂ ਤਰੀਕ ਦੇਖੋ ਗੱਲਾਂ ਕਰਦੇ ਸੀ, ਲਾਗੇ ਹਰਜੋਤ ਸਿੰਘ ਖੜਾ, ਇੱਦਾਂ ਡਿਟੇਲ ਲਿਖੀ ਆ ਵੀ ਕਿੰਨੇ ਕਿਹੜੇ ਬੰਦੇ ਨੇ 50 ਸੈਂਟ ਦਿੱਤੇ ਆ, ਕਿੰਨੇ ਡਾਲਰ ਦਿੱਤਾ ਵਾ, ਉਹ ਕਿੰਨੇ ਪੈਸੇ ਹੋਏ, ਕਿਹਦੇ ਹੱਥ ਭੇਜੇ, ਕਿਉਂ ਭੇਜੇ, ਕਿਹਨੂੰ ਮਿਲੇ, ਉਹਨੇ ਕੀ ਕੀਤਾ, ਉਹ ਪੂਰੀ ਡਿਟੇਲ ਲਿਖੀ ਸਾਰੀ।
ਹਾਂਜੀ ਉਹ ਤੇ ਹੋਰ ਚਲੋ ਵਧੀਆ ਹੋ ਜਾਊਗਾ, ਆਪਾਂ ਫਿਰ ਖੁੱਲਾ ਟਾਈਮ ਕੱਢੀਏ। ਹਾਂਜੀ 1905 1920 ਦੀਆਂ ਉਹ ਰਜਿਸਟਰ ਪੁਰਾਣੇ ਪਏ ਸਾਡੇ ਕੋਲ, 100 ਪੁਰਾਣੇ ਰਜਿਸਟਰ ਸਾਡੇ ਕੋਲ ਪਏ ਆ। ਹਾਂਜੀ ਤੇ ਹੁਣ ਵੇਖੋ ਨਾ, ਪਤਾ ਗੱਲ ਕੀ ਆ, ਇੱਕ ਜਿਹੜਾ ਭਾਈ ਦਲਜੀਤ ਸਿੰਘ ਜੀ, ਜਿਹੜਾ ਇੱਕ ਪ੍ਰਚਾਰ ਚੱਲਿਆ ਨਾ 1995 ਦੇ ਬਾਅਦ, ਆਪਣੀ ਸੰਘਰਸ਼ ਤੋਂ ਬਾਅਦ ਜਿਹੜਾ ਪ੍ਰਚਾਰ ਇੱਕ ਪ੍ਰੋਪੋਗੰਡੇ ਦੇ ਤਹਿਤ ਇਹਨਾਂ ਨੇ ਚਲਾਇਆ, ਉਹਦੇ ਵਿੱਚ ਕਾਫੀ ਕੁਛ ਜਿੱਦਾਂ ਅੱਜ ਬਾਬੇ ਨਾਨਕ ਨੂੰ ਵੀ ਉਹਨਾਂ ਨੂੰ ਗੁਰੂ ਸਾਹਿਬ ਨੂੰ ਕਹਿ ਦਿੰਦੇ ਵੀ ਉਹ ਕਾਮਰੇਡ ਸੀ, ਪਰ ਇਹ ਨਹੀਂ ਸੋਚਦੇ ਵੀ ਤੁਸੀਂ ਅੱਜ ਦੇ ਕਾਮਰੇਡਾਂ ਨਾਲ ਜੇ ਉਹਨਾਂ ਦੀ ਵਿਚਾਰਧਾਰਾ ਨਾਲ ਤੁਸੀਂ ਕੰਪੇਅਰ ਵੀ ਕਰਦੇ ਹੋ, ਤੇ ਬਾਬੇ ਨਾਨਕ ਨੇ ਕਿਤੇ ਇਹ ਤਾਂ ਨਹੀਂ ਕਿਹਾ ਵੀ ਚਿੜੀਆਂ ਮਾਰ ਦਿਓ। ਨੋ, ਵਾਹਿਗੁਰੂ ਵਾਹਿਗੁਰੂ। ਬਾਬੇ ਨਾਨਕ ਹੋਣਾ ਨੇ ਕਿਤੇ ਇਹ ਕਿਹਾ ਸੀ ਵੀ ਹਾਂਜੀ। ਹੁਣ ਇਹ ਜਿਹੜੀ ਗੱਲਬਾਤ ਕਰਦੇ ਨੇ ਬਾਬੇ ਨਾਨਕ ਦੀ, ਮਤਲਬ ਵੀ ਬਾਬੇ ਨਾਨਕ ਨੇ ਬਰਾਬਰਤਾ ਦੀ ਗੱਲ ਕੀਤੀ ਸੀ, ਬਾਬੇ ਨਾਨਕ ਨੇ ਬਰਾਬਰਤਾ ਦੀ ਗੱਲ ਧਾਰਮਿਕ ਪੱਖ ਤੋਂ ਕੀਤੀ ਸੀ, ਨਾ ਕਿ ਜਿਹੜੀ ਬਰਾਬਰਤਾ ਇਹ ਚਾਹੁੰਦੇ ਆ। ਹੁਣ ਜਿਹੜੀ ਇੱਕ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਬਰਾਬਰਤਾ ਦਿੱਤੀ ਸੀ ਵੀ ਜਾਤ ਪਾਤ ਨਾ ਮੰਨੋ, ਤੁਸੀਂ ਬਰਾਬਰ ਕਰ ਦਿਓ, ਪਰ ਇਹਨਾਂ ਨੇ ਉਸ ਬਰਾਬਰਤਾ ਨੂੰ ਇੱਕ ਹੋਰ ਹੀ ਰੰਗ ਰੂਪ ਦੇ ਦਿੱਤਾ ਤੇ ਸਾਡੇ ਯੂਥ ਦੇ ਵਿੱਚ ਕਾਫੀ ਕੁਝ ਜਿਹੜਾ ਵਾ ਉਹ ਮਤਲਬ ਵੀ ਉਥਲ ਪੁਥਲ ਕਰਕੇ ਰੱਖ ਦਿੱਤੀ। ਇੱਕ ਰਿਕਵੈਸਟ ਆ, ਜਿੱਦਾਂ ਮਤਲਬ ਵੀ ਚਲੋ ਜਿਹੜੇ ਬੰਦਾ ਵੀ ਸੁਣਦੇ, ਰਾਈਟ, ਮੈਨੂੰ ਲੱਗਦਾ ਹੁੰਦਾ ਵਾ ਕਿ ਕਮੀ ਸਾਡੇ ਵਿੱਚ ਰਹੀ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਖੋਜਿਆ, ਅਸੀਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰ ਲਿਆ। ਜੇ ਅਸੀਂ ਇੱਥੇ ਨਾ ਆਉਂਦੇ ਕੈਲੀਫੋਰਨੀਆ ਵਿੱਚ, ਨਾ ਆ ਜਗ੍ਹਾ ਵਹਿੰਦੇ, ਨਾ ਉਹ ਖੋਜ ਕਰਦੇ, ਤੇ ਸਾਨੂੰ ਵੀ ਇਹੋ ਸਿਖਾਇਆ ਗਿਆ ਕਿ ਸਾਰੇ ਕਾਮਰੇਡ ਆ। ਹਾਂਜੀ ਸਿੱਖਦੇ ਵਧੀਆ ਉਹ ਤੇ ਸਾਨੂੰ ਉਦੋਂ ਜਦੋਂ ਲੱਗਾ ਫਿਰ ਤੇ ਰੋਣਾ ਆਉਂਦਾ ਸੀਗਾ ਕਿ ਬਾਣੇ ਤੇ ਬਾਣੀ ਦੇ ਧਾਰ ਨੇ ਸਾਡੇ ਯੋਧੇ, ਜਿਨ੍ਹਾਂ ਨੇ ਸਾਡੇ ਵਾਸਤੇ, ਸਾਨੂੰ ਸਾਡੇ ਬੱਚਿਆਂ ਨੇ ਆਉਣਾ ਇੱਥੇ। ਹਾਂਜੀ। ਤੇ ਬੱਚਿਆਂ ਦੇ ਵਾਸਤੇ ਜਿਹੜਾ ਗੁਰੂ ਘਰ ਬਹੁਤ ਜ਼ਰੂਰੀ ਆ, ਮੋਢਿਆ। ਹਾਂਜੀ। ਫਿਰ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਫਿਰ ਬਿਲਡਿੰਗ ਲਈ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਸਾਡੇ ਬੱਚੇ ਜੇ ਪੜ੍ਹਨ ਆਉਣ ਤੇ ਉਹਨੂੰ ਤੰਗੀ ਨਾ ਆਵੇ। ਫਿਰ ਆਹ ਸਟਾਰਟਨ ਗੁਰੂ ਘਰ ਨੇ ਵਜੀਫੇ ਲਾਏ ਸੀਗੇ ਉਹਨਾਂ ਬੱਚਿਆਂ ਦੇ ਪੜ੍ਹਨ ਵਾਸਤੇ, ਤੇ ਬੱਚੇ ਬਰਕਲੀ ਪੜ੍ਹਨ ਉਹਨਾਂ ਦੇ ਸੀਗੇ। ਠੀਕ ਹੈ। ਉਦੋਂ 100 ਸਾਲ ਪੁਰਾਣੀ ਗੱਲ ਕਰਨਾ ਮੈਂ। ਹਾਂਜੀ। ਤੇ ਐਡੀ ਵੱਡੀ ਸੋਚ, ਇੰਨੇ ਸਿਆਣੇ ਲੋਕ ਸਾਡੇ ਬਜ਼ੁਰਗ, ਤੇ ਉਹਨਾਂ ਨੂੰ ਇਹਨਾਂ ਚੰਦ ਲੋਕਾਂ ਨੇ ਇੱਕ ਮੰਨ ਲਓ ਇਹ ਮਕਸਦ ਦੇ ਰਾਹੀਂ ਸਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਮੇਰਾ ਗੁਰੂ ਬੇਅੰਤ ਆ, ਗੁਰੂ ਆਪਣੇ ਸਿੱਖਾਂ ਦੀ ਹਮੇਸ਼ਾ ਲਾਜ ਰੱਖਦਾ ਵਾ। ਉਹ ਸਾਡੇ ਸੀਗੇ, ਅਸੀਂ ਉਹਨਾਂ ਦੇ ਵਾਰਸ ਖੜੇ ਆ। ਗਦਰੀ ਸਾਹਿਬ ਸਾਡੇ ਸੀਗੇ, ਬਾਬਾ ਜਵਾਲਾ ਸਿੰਘ ਹੋਣੀ। ਜੇ ਕਿਸੇ ਨੂੰ ਮੇਰੀ ਗੱਲ ਦੇ ਲੱਗੇ ਨਾ ਹੋਵੇ ਕਿਤੇ ਵੀ, ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਵਾ। ਤੁਸੀਂ ਬਿਲਡਿੰਗਾਂ ਤੁਹਾਨੂੰ ਦਿਖਾ ਸਕਦੇ ਆ, ਫੋਟੋ ਦਿਖਾ ਤੇ ਤੁਹਾਨੂੰ ਰਜਿਸਟਰ ਤੁਹਾਨੂੰ ਦਿਖਾ ਸਕਦੇ ਆ। ਜੇ ਕਿਤੇ ਮੌਕਾ ਮਿਲਿਆ ਤੁਹਾਨੂੰ ਜਾਣ ਦਾ, ਤੇ ਪਾਕਿਸਤਾਨ ਦੇ ਵਿੱਚ ਜਿਹੜਾ ਗੁਰਦੁਆਰਾ ਪੰਜਾ ਸਾਹਿਬ ਆ, ਪੰਜਾ ਸਾਹਿਬ ਗੁਰਦੁਆਰੇ ਦੀ ਜੋ ਨੀਂਹ ਰੱਖੀ ਗਈ ਆ, ਤੇ ਉਹ ਨੀਂਹ ਰੱਖੀ ਗਈ ਆ ਬਾਬਾ ਜਵਾਲਾ ਸਿੰਘ ਹੋਣਾ ਨੇ, ਬਾਬਾ ਵਿਸਾਖਾ ਸਿੰਘ ਹੋਣਾ ਨੇ, ਭਾਈ ਰਣਧੀਰ ਸਿੰਘ ਹੋਣਾ ਨੇ। ਜਿਹੜਾ ਗੁਰਦੁਆਰਾ ਪੰਜਾ ਸਾਹਿਬ ਵਾ, ਉਹ ਜਿਹੜਾ ਪਾਕਿਸਤਾਨ ਦੀ ਨੀਂਹ ਵੀ ਗਦਰੀ ਬਾਬਿਆਂ ਵੱਲੋਂ ਰੱਖੀ ਗਈ, ਬਾਬਾ ਜਵਾਲਾ ਸਿੰਘ ਰੱਖੀ ਆ। ਉੱਥੇ ਫੋਟੋ ਲੱਗੀ ਲੰਗਰ ਹਾਲ ਦੇ ਵਿੱਚ, ਪੰਜਾਂ ਸਿੰਘਾਂ ਦੀ, ਜਿਨ੍ਹਾਂ ਨੇ ਬਾਣੇ ਤੇ ਕਿਰਪਾਨਾਂ ਤਿੰਨ ਫੁੱਟੀਆਂ ਪਾਈਆਂ, ਉੱਥੇ ਖੜੇ ਆ। ਤੇ ਜਿਹੜਾ ਉਹ ਸਰੋਵਰ ਆ, ਉੱਥੇ ਪਲੇਟ ਲੱਗੀ ਆ, ਉਸ ਪਲੇਟ ਤੇ ਨਾਂ ਲਿਖੇ ਆ। ਤੇ ਬਾਬਾ ਜਵਾਲਾ ਸਿੰਘ ਨੇ ਇੱਥੋਂ ਗਏ ਸੀ ਸਟਾਰਟਨ ਤੋਂ ਨੀਂਹ ਪੱਥਰ ਰੱਖਣ ਵਾਸਤੇ। ਹਾਂਜੀ, ਉਹੀ ਤੇ ਗੱਲ ਆ ਨਾ ਵੀ ਜੇ ਬਾਬਾ ਜਵਾਲਾ ਸਿੰਘ ਜੀ ਹੋਣੀ, ਬਾਬਾ ਵਿਸਾਖਾ ਸਿੰਘ ਜੀ ਹੋਣੀ, ਮੈਂ ਅੰਦਰ ਵੀ ਫੋਟੋ ਵੇਖੀ ਹੈ ਜਿੱਦਾਂ ਬਾਬਾ ਵਿਸਾਖਾ ਸਿੰਘ ਜੀ ਨੇ ਕਿਰਪਾਨ ਫੜੀ ਹੈ 3 ਫੁੱਟੀ। ਸੋ ਗੱਲਬਾਤ ਇਹ ਆ ਵੀ ਜੇ ਬਾਬਾ ਵਿਸਾਖਾ ਸਿੰਘ ਜੀ ਹੋਣੀ ਕਾਮਰੇਡੀ ਵਿਚਾਰਧਾਰਾ ਰੱਖਦੇ ਸੀ, ਉਹਨਾਂ ਨੂੰ ਬਾਬੇ ਨਾਨਕ ਦਾ ਸਥਾਨ ਬਣਾਉਣ ਲਈ ਪਾਕਿਸਤਾਨ ਜਾਣ ਦੀ ਲੋੜ ਨਹੀਂ ਹੈਗੀ। ਉਹ ਇਹਨਾਂ ਵਾਂਗੂ ਇੱਥੇ ਹੀ ਰਹਿ ਕੇ ਆਪਣਾ ਜੋ ਕੁਝ ਕੀੜੇ ਚਿੜੀਆਂ ਚੁੜੀਆਂ ਮਾਰਦੇ ਰਹਿੰਦੇ ਹਨਾ। ਸੋ ਗੱਲਬਾਤ ਇਹ ਆ ਵੀ ਇੰਨੀ ਕੁ ਮੈਂ ਬੇਨਤੀ ਹੋਰ ਕਰੂੰਗਾ ਆਪਣੇ ਜਿੰਨੇ ਕੁ ਵੀਰ ਜੁੜੇ ਆ, ਕਿ ਤੁਸੀਂ ਜੇ ਕਿਤੇ ਪਾਕਿਸਤਾਨ ਜਾਓ ਤੇ ਪੰਜਾ ਸਾਹਿਬ ਗੁਰਦੁਆਰੇ ਦੇ ਵਿੱਚ, ਜਿੱਥੇ ਗੁਰੂ ਸਾਹਿਬ ਦਾ ਪੰਜਾ ਲੱਗਾ, ਉਹਦੇ ਸਾਹਮਣੇ ਫੋਟੋਆਂ ਸਹਿਤ ਲੱਗੀਆਂ ਵਾ, ਪਲੇਟ ਲੱਗੀ ਹੈ, ਨਾਂ ਲਿਖੇ ਉੱਤੇ। ਹਾਂਜੀ, ਕੰਧ ਦੇ ਵਿੱਚ ਪਲੇਟ ਲੱਗੀ ਆ, ਭਾਈ ਸਾਹਿਬ ਹੋਣੀ ਕਹਿੰਦੇ ਨਾ, ਉਹ ਬਿਲਡਿੰਗ ਦੇ ਵਿੱਚ ਸਾਹਮਣੇ ਪਲੇਟ ਲੱਗੀ, ਨਾਂ ਲਿਖਿਆ। ਲੰਗਰ ਹਾਲ ਦੇ ਵਿੱਚ ਫੋਟੋ ਲੱਗੀ ਪੰਜਾਂ ਸਿੰਘਾਂ ਦੀ, ਉਹ ਜਿਨ੍ਹਾਂ ਦੇ ਨਾਂ ਲਿਖੇ ਆ। ਠੀਕ ਹੈ ਜੀ। ਉਹ ਸਿੰਘ ਦੇ, ਉਹ ਪੰਜੇ ਸਿੰਘਾਂ ਦੀ ਫੋਟੋ ਅੰਦਰ ਵੀ ਪਈ ਸਾਡੇ ਕੋਲ, ਤੁਹਾਨੂੰ ਖਾਈ ਮੈਂ ਬਾਬਾ ਜਵਾਲਾ ਸਿੰਘ ਉਹਨਾਂ ਦੀ। ਹਾਂਜੀ। ਉਹੀ ਬਾਬਾ ਜਵਾਲਾ ਸਿੰਘ ਨੇ ਉੱਥੇ ਖੜੇ ਆ, ਭਾਈ ਰਣਧੀਰ ਸਿੰਘ ਆ, ਬਾਬਾ ਜਵਾਲਾ ਸਿੰਘ ਆ, ਬਾਬਾ ਵਿਸਾਖਾ ਸਿੰਘ ਆ, ਤੇ 2 ਸਿੰਘ ਹੋਰ ਨਾਲ ਮੈਨੂੰ ਵਿਸਰ ਗਏ ਆ। ਉੱਥੇ ਮੈਂ ਜਦੋਂ ਪਾਕਿਸਤਾਨ ਗਿਆ, ਮੈਂ ਖੁਦ ਦਰਸ਼ਨ ਕੀਤੇ ਸੀ ਚੀਜ਼ ਦੇ। ਹਾਂਜੀ, ਵੇਖੋ ਨਾ ਹੁਣ ਕਿੰਨਾ ਕੁਛ ਨਾ ਬਾਬਾ ਜੀ ਕਲੀਅਰ ਹੋ ਜਾਂਦਾ ਵਾ ਜਦੋਂ ਆਪਣੀ। ਮੈਂ ਤੇ ਇੱਕ ਗੱਲ ਕਰਦਾ ਹੁੰਦਾ ਵੀ ਜਦੋਂ ਆਪਾਂ ਨਾ ਕੋਈ ਵੀ ਕਿਸੇ ਵਿਸ਼ੇ ਦੇ ਉੱਤੇ ਵੀ ਗੱਲਬਾਤ ਕਰਦੇ ਨਾ, ਪਹਿਲਾਂ ਆਪਾਂ ਬਹੁਤ ਸਾਰਾ ਸਮਾਂ ਆਪਾਂ ਮਤਲਬ ਕਿ ਕੁਛ ਬਿਨਾਂ ਵੇਖਿਓ ਬਿਨਾਂ ਚਾਖਿਓ ਜਿਹੜਾ ਵਾ ਉਹ ਆਪਾਂ ਸ਼ੁਰੂ ਕਰ ਦਿੱਤਾ ਉਸ ਗੱਲ ਨੂੰ ਮੰਨਣਾ, ਉਹਦੀ ਨਾ ਤਹਿ ਤੱਕ ਨਹੀਂ ਗਏ। ਖਾਲਸਾ ਵਾਹਿਗੁਰੂ ਫਤਿਹ। ਉਹਦੀ ਤਹਿ ਤੱਕ ਨਹੀਂ ਗਏ। ਪਰ ਲੋੜ ਹੁਣ ਇਸ ਵੇਲੇ ਸਾਨੂੰ ਜ਼ਰੂਰ ਲੋੜ ਹੈਗੀ ਆ ਕਿ ਆਪਾਂ ਮਤਲਬ ਵੀ ਇਸ ਗੱਲਾਂ ਨੂੰ, ਜਿਹੜੇ ਨੈਰੇਟਿਵ ਇਹਨਾਂ ਦੇ ਪੁਰਾਣੇ ਬੱਝੇ ਅਜੇ ਤੱਕ ਇਹ ਲਈ ਆ ਰਹੇ ਆ, ਉਹਨਾਂ ਬਾਰੇ ਉਹਨਾਂ ਨੂੰ ਤੋੜ ਕੇ ਇੱਕ ਸਟੀਕ ਤੇ ਸਹੀ ਜਾਣਕਾਰੀ ਜਿਹੜੀ ਆ ਉਹ ਆਪਾਂ ਆਪਣੇ ਯੂਥ ਅੱਗੇ ਰੱਖੀਏ। ਬਾਕੀ ਤੁਹਾਨੂੰ ਪਤਾ ਵਾ ਇੱਥੇ ਦੀ ਲਾਈਫ ਦਾ ਖਾਲਸਾ ਜੀ, ਕਿਉਂਕਿ ਬੜੀ ਮਤਲਬ ਵੀ ਫਾਸਟ ਵਾ ਤੇ
ਸਮਾਂ ਜਿਹੜਾ ਵਾ ਆਪਣੇ ਕੋਲ ਬਹੁਤ ਘੱਟ ਹੁੰਦਾ, ਪਰ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਤੁਹਾਨੂੰ ਮਤਲਬ ਵੀ ਕੁਝ ਲਿਟਰੇਚਰ ਪ੍ਰੋਵਾਈਡ ਕਰਵਾ ਦਾਂਗੇ। ਜੇ ਤੁਸੀਂ ਉਹ ਮੈਨੂੰ ਪ੍ਰੋਵਾਈਡ ਕਰਾ ਦੋਗੇ ਤਾਂ ਬਹੁਤ ਮਿਹਰਬਾਨੀ ਹੋਊਗੀ, ਕਿਉਂਕਿ ਜਿੰਨੀ ਕਿ ਮੇਰੇ ਕੋਲ ਟਾਈਮ ਹੁੰਦਾ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੇ ਯੂਥ ਨੂੰ ਜਿਹੜਾ ਵਾ ਉਹ ਗਦਰੀ ਬਾਬਿਆਂ ਬਾਰੇ ਹੋਰ ਜਾਣਕਾਰੀਆਂ ਦੇ ਕੇ, ਜਿੱਦਾਂ ਲਾਲਾ ਲਾਜਪਤ ਰਾਏ ਬਾਰੇ ਜਿੱਦਾਂ ਤੁਸੀਂ ਦੱਸਿਆ ਵੀ ਇੱਥੇ ਦੱਸਿਆ ਗਿਆ ਕਿਤਾਬ ਦੇ ਵਿੱਚ ਵੀ ਉਹ ਵੀ ਹੱਥ ਲਿਖੀ ਹੈ ਬਾਬਿਆਂ ਦੀ ਹਾਂਜੀ। ਰਜਿਸਟਰ, ਜਿੱਥੇ ਜਦੋਂ ਅਸੀਂ ਹੁਣ ਵੀ ਗੁਰਦੁਆਰੇ ਰਜਿਸਟਰ ਲਾਇਆ ਨਾ, ਵੀ ਜਦੋਂ ਵੀ ਕੋਈ ਮਤਾ ਪਾਉਨੇ ਸੀ ਹਾਂਜੀ ਉੱਥੇ ਰਜਿਸਟਰ ਤੇ ਮਤਾ ਚਾਹੀਦਾ ਵਾ ਕਿ ਹੁਣ ਕਿਚਰ ਬਣਨੀ ਆ ਜਾਂ ਗ੍ਰਾਈ ਕੀਤੀ ਆ ਜਾਂ ਹੁਣ ਕੋਈ ਵੀ ਹੋਵੇ, ਤੇ ਜੇ ਕੋਈ ਬੰਦਾ ਸਾਡੇ ਕੋਲ ਆਉਂਦਾ ਵਾ ਕਾਂਗਰਸਮੈਨ ਤਾਂ ਬੜਾ ਲਿਖਦੇ ਹੀ ਉੱਪਰ ਉਹਦੇ ਹੀ ਕਾਰਵਾਈ ਪਾਉਨੇ ਆ। ਇਸੇ ਤਰ੍ਹਾਂ ਹੀ ਜਦੋਂ ਦਾ ਗੁਰਦੁਆਰਾ ਬਣਿਆ ਉਹ ਸਾਰੇ ਰਜਿਸਟਰ ਪਏ ਆਪਣੇ ਜਿੱਥੇ ਕਾਰਵਾਈਆਂ ਪਈਆਂ ਵਾ ਸਾਰੀਆਂ। ਹਾਂਜੀ ਵੇਖੋ ਨਾ ਹੁਣ ਗੱਲ ਤੇ ਇਦਾਂ ਵਾ ਵੀ ਇਹਨਾਂ ਨੇ ਇੱਕ ਸਵੇਮਾਨ ਨੂੰ ਮਤਲਬ ਵੀ ਹੀਰੋ ਬਣਾਉਣ ਦਾ ਕਰਕੇ ਜਿਹੜਾ ਐਡਾ ਵੱਡਾ ਪ੍ਰੋਪੋਗੰਡਾ ਕੱਢ ਕੇ ਜਿਹੜਾ ਉਹ ਅੱਖਰ ਨਿਊਜ਼ ਚੈਨਲ ਵਾਲਿਆਂ ਨੇ ਗੱਲਬਾਤ ਕਰਕੇ ਇੱਕ ਬਣਾ ਕੇ ਵੀ ਬਾਬਾ ਨਾਨਕ ਵੀ ਕਾਮਰੇਡ, ਸਰਾਭਾ ਵੀ ਕਾਮਰੇਡ, ਗਦਰੀ ਬਾਬੇ ਵੀ ਕਾਮਰੇਡ, ਪਰ ਉਹਨਾਂ ਨੇ ਜਿਹੜੀ ਇੰਨੀ ਕੁ ਗੱਲ ਕਰਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਕਿਉਂਕਿ ਵੇਖੋ ਕਿਸੇ ਵੀ ਬੰਦੇ ਬਾਰੇ ਜੋ ਤੁਸੀਂ ਇੱਕ ਖਾਲਸਾ ਜੀ, ਜਿੱਦਾਂ ਮੈਂ ਤੁਹਾਡੇ ਬਾਰੇ ਆਪਾਂ ਗੱਲਬਾਤ ਕਰ ਰਹੇ, ਮੈਂ ਦਲਜੀਤ ਸਿੰਘ ਬਾਰੇ ਨਾ ਇੱਕ ਆਪਣੇ ਦਿਮਾਗ ਦੇ ਵਿੱਚ ਇੱਕ ਅਕਸ ਬਣਾਇਆ ਵੀ ਦਲਜੀਤ ਸਿੰਘ ਗੁਰਸਿੱਖ ਬੰਦਾ ਵਾ, ਦਲਜੀਤ ਸਿੰਘ ਕਿਸੇ ਨਾਲ ਕੁਝ ਵੀ ਇਦਾਂ ਦਾ ਨਹੀਂ ਕਰ ਸਕਦਾ ਜਿਹੜਾ ਗੁਰੂ ਸਿਧਾਂਤਾਂ ਦੇ ਉਲਟ ਹੋਊਗਾ। ਤੇ ਜਦੋਂ ਉਹਨਾਂ ਗੱਲਾਂ ਨੂੰ ਮਤਲਬ ਤੋੜ ਮਰੋੜ ਕੇ ਜਾਂ ਪੇਸ਼ ਕਰਕੇ ਕੋਈ ਬੰਦਾ ਮੇਰੇ ਸਾਹਮਣੇ ਰੱਖੂਗਾ ਨਾ, ਤੇ ਫਿਰ ਮੈਨੂੰ ਮਤਲਬ ਵੀ ਜੇ ਤੁਹਾਡੇ ਤੇ ਯਕੀਨ ਹੋਊਗਾ ਤੇ ਜੇ ਮੰਨ ਲਓ ਵੀ ਉਹ ਤੁਹਾਡੇ ਬਾਰੇ ਮੈਨੂੰ ਕੋਈ ਦੱਸੂਗਾ ਤਾਂ ਮੇਰੇ ਦਿਲ ਦੇ ਵਿੱਚ ਹਰਖ ਜ਼ਰੂਰ ਆਊਗਾ। ਯਾਰ ਦਲਜੀਤ ਸਿੰਘ ਨੂੰ ਮੈਂ ਜਾਣਦਾ ਸੀ, ਦਲਜੀਤ ਸਿੰਘ ਦੀ ਸੋਚ ਦਾ ਮੈਨੂੰ ਪਤਾ ਸੀ, ਦਲਜੀਤ ਸਿੰਘ ਨੇ ਕਦੀ ਵੀ ਕੋਈ ਇਦਾਂ ਦੀ ਸਿੱਖੀ ਸਿਧਾਂਤਾਂ ਦੇ ਉਲਟ ਗੱਲਬਾਤ ਨਹੀਂ ਕੀਤੀ। ਤੇ ਇਹ ਬੰਦੇ ਜਿਹੜੇ ਆ ਉਹ ਦਲਜੀਤ ਸਿੰਘ ਨੂੰ ਇੰਨੀ ਗੱਲ ਰੱਖਦੇ ਵੀ ਦਲਜੀਤ ਸਿੰਘ ਦਾ ਗੁਰੂ ਸਾਹਿਬ ਤੇ ਵਿਸ਼ਵਾਸ ਹੈ ਨਹੀਂ, ਉਹ ਕਾਮਰੇਡ ਸੀ। ਸੋ ਉਹ ਇੱਕ ਗੱਲ ਨੇ ਜਿਹੜੀ ਗੱਲ ਨੇ ਸਾਨੂੰ ਮਤਲਬ ਵੀ ਥੋੜਾ ਜਿਹਾ ਪਰੇਸ਼ਾਨ ਕੀਤਾ, ਤੇ ਉਹ ਗੱਲ ਨੂੰ ਲੈ ਕੇ ਤੇ ਹੁਣ ਪਤਾ ਨਹੀਂ ਇਹਨਾਂ ਨੇ ਇੱਕ ਬੰਦੇ ਨੂੰ ਹੀਰੋ ਬਣਾਉਣ ਕਰਕੇ ਕਿਹਦੇ ਕੱਪੜੇ ਲਵਾ ਲੈਣੇ ਆ। ਹੁਣ ਜਿੱਦਾਂ ਭਗਤ ਸਿੰਘ ਦੀ ਗੱਲ ਕਰ ਲਓ, ਭਗਤ ਸਿੰਘ ਦੀਆਂ ਫੋਟੋਆਂ ਵੀ ਅੰਦਰ ਲੱਗੀਆਂ, ਚਲੋ ਠੀਕ ਆ, ਪਰ ਉਹਦੀ ਵਿਚਾਰਧਾਰਾ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗੇ ਜੋ ਉਹਦੀ ਵਿਚਾਰਧਾਰਾ ਸੀ। ਦੂਜੀ ਗੱਲਬਾਤ ਜਿੱਦਾਂ ਹੁਣ ਤੁਸੀਂ ਲਾਲਾ ਲਾਜਪਤ ਰਾਏ ਬਾਰੇ ਦੱਸ ਦਿੱਤਾ ਵੀ ਉਹਨੂੰ ਵੀ ਦੁਨੀਆ ਇਹੋ ਸ਼ਹੀਦ ਮੰਨੀ ਜਾਂਦੀ ਹੈ। ਬਾਕੀ ਮੈਨੂੰ ਇੰਨੀ ਗੱਲ ਦਾ ਪਤਾ ਲੱਗਾ ਵੀ ਇੱਕ ਗੱਲ ਮੈਨੂੰ ਥੋੜੀ ਜਿਹੀ ਲਾਲਾ ਲਾਜਪਤ ਰਾਏ ਬਾਰੇ ਗੱਲਬਾਤ ਹੈਗੀ ਸੀ ਵੀ ਅਸਲ ਦੇ ਵਿੱਚ ਉਹਨੂੰ ਵੀ ਭੱਜਣ ਦਾ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਪਿੱਛੇ ਦੁਨੀਆ ਜ਼ਿਆਦੀ ਸੀ ਤੇ ਉਹਦੇ ਕੋਲੋਂ ਪਿਛਾਂ ਹਟ ਹੀ ਨਹੀਂ ਹੋਇਆ ਤੇ ਉਹਦੇ ਸੱਟ ਲੱਗੀ ਸੀ ਸਿਰ ਦੇ ਵਿੱਚ ਤੇ ਉਹਦੀ ਮੌਤ ਇਦਾਂ ਹੋ ਗਈ। ਅਸਲ ਵਿੱਚ ਨਾ ਉਹ ਡਰਦਾ ਹੀ ਮਰ ਗਿਆ ਸੀਗਾ, ਹਾਰਟ ਅਟੈਕ ਨਾਲ ਮਰਿਆ ਵਾ, ਉਹ ਲੱਗੀ ਤੇ ਹਾਂਜੀ ਉਹ ਡਰਨਾ ਹੀ ਮਰ ਗਿਆ। ਉਹਦੇ ਜਦੋਂ ਹਾਰਟ ਅਟੈਕ ਨਾਲ ਮਰਿਆ ਉਦਾਂ ਨਹੀਂ ਮਰਿਆ, ਉਹ ਸੱਟ ਨੂੰ ਲੱਗੀ ਉਹਨੂੰ ਕੋਈ ਕੰਜਰ ਨੂੰ ਕੋਈ ਵੀ ਇਹਨੂੰ। ਉਹ ਅਸਲ ਵਿੱਚ ਤਾਂ ਤਲਕ ਹੈ ਵੀ ਜਿਹੜੀ ਕਿਰਪਾਨ ਜੇ ਸਿੰਘ ਚੁੱਕਦੇ ਆ ਨਾ ਉਹਦੇ ਵਾਸਤੇ ਪਹਿਲਾਂ ਆਪਣਾ ਸਿਰ ਲਾਉਣਾ ਪੈਂਦਾ, ਹਾਂਜੀ ਸਿਰ ਲਵਾਉਣਾ ਪੈਂਦਾ ਕਿਰਪਾਨ ਚੁੱਕਣ ਵਾਸਤੇ ਪਹਿਲਾਂ, ਹਾਂਜੀ। ਇਸੇ ਤਰ੍ਹਾਂ ਹੀ ਉਹ ਜਿਹੜੇ ਲੋਕ ਸੀਗੇ ਉਹ ਡਾਂਗਰ ਖਾਣ ਜੋਗੇ ਹੈ ਨਹੀਂ ਸੀਗੇ, ਉਹਨਾਂ ਨੂੰ ਤੇ ਸਾਡੇ ਇੱਥੇ ਬਾਬਿਆਂ ਨੇ, ਮੈਂ ਤੁਹਾਨੂੰ ਨੈਕਸਟ ਟਾਈਮ ਉਹ ਤਾਂ ਮੈਂ ਦਿਖਾ ਦੂੰਗਾ, ਲਿਖਿਆ ਪਿਆ ਵਾ ਹਾਂਜੀ ਵੀ ਜਿਹਨੇ ਸਾਡੀ ਕੌਮ ਦਾ ਪੈਸਾ ਖਾਦਾ। ਹਾਂਜੀ ਹੁਣ ਵੇਖੋ ਗਦਾਰ ਬੰਦਾ, ਜਿਹੜਾ ਬੰਦੇ ਨੇ ਪੈਸਾ ਖਾਦਾ ਵਾ ਲੋਕਾਂ ਦੀ ਹੱਡ ਭੰਨੀ ਮਿਹਨਤ ਦਾ, ਹਾਂਜੀ ਉਹ ਮਾਰ ਕੇ ਖਾ ਜੂਗਾ। ਵੇਖੋ ਹਾਰਟ ਅਟੈਕ ਨਾਲ ਮਰ ਗਿਆ ਬੰਦਾ। ਨਹੀਂ ਇਹ ਗੱਲ ਤੇ ਵੇਖੋ ਹੁਣ ਆਪਾਂ ਖਾਲਸਾ ਜੀ ਇੱਥੇ ਹੀ ਗੱਲਬਾਤ ਕਰਦੇ ਹਾਂ। ਹੁਣ ਆਪਣੇ ਮੋਰਚੇ ਦੇ ਵਿੱਚ ਕਿੰਨੇ ਲੋਕਾਂ ਨੂੰ ਕੁੱਟ ਪਈ, ਕਿੰਨੇ ਲੋਕਾਂ ਨੂੰ ਡਾਂਗਾਂ ਪਈਆਂ, ਗੋਲੀਆਂ ਨਾਲ ਨਵਰੀਤ ਸਿੰਘ ਦੀ ਸ਼ਹੀਦੀ ਹੋਈ। ਹਾਂਜੀ ਖਾਲਸਾ ਜੀ, ਬਾਕੀ ਜਿੱਦਾਂ ਹੁਣ ਮਤਲਬ ਵੀ ਇੱਕ ਇੱਥੇ ਮੋਰਚੇ ਦੇ ਵਿੱਚ ਹੀ ਆਪਾਂ ਲਾ ਲਈਏ ਨਾ, ਤੇ ਕਿਸੇ ਕਾਮਰੇਡ ਆਗੂ ਦੇ ਕੋਈ ਚਪੇੜ ਵੱਜੀ ਨਾ, ਇਹਨਾਂ ਨੇ ਬੰਦੇ ਜਿਹੜੇ ਕਹਿੰਦੇ ਸੀ ਨਾ ਇਹਨਾਂ ਨੇ ਅੱਗੇ ਜਾ ਕੇ ਖਾਧੀਆਂ। ਹਮੇਸ਼ਾ ਹੀ ਅੱਗੇ ਉਸ ਯੂਥ ਨੂੰ ਅੱਗੇ ਲਾ ਕੇ, ਉਸ ਯੂਥ ਨੂੰ ਵਰਤ ਕੇ, ਉਹਦਾ ਸਿਰ ਵਰਤ ਕੇ, ਉਹਨਾਂ ਦੀਆਂ ਗ੍ਰਿਫਤਾਰੀਆਂ ਕਰਾ ਕੇ, ਸਾਰੀ ਬੰਨੀ ਕਰਾ ਕੇ, ਤੇ ਆਪ ਫਿਰ ਇਹ ਮਤਲਬ ਵੀ ਪੈਸੇ ਖਾ ਕੇ, ਵਾਕਿਆ ਇਹ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਨਾ, ਪੈਸੇ ਖਾਣ ਵਾਲਾ ਬੰਦਾ ਕੁੱਟ ਨਹੀਂ ਕਦੀ ਵੀ ਖਾ ਸਕਦਾ। ਇਹ ਗੱਲ ਤੁਹਾਡੀ ਮਤਲਬ ਪੂਰੀ ਟਿਕਾਣੇ ਲਾਈ ਹੈ ਕਾਮਰੇਡਾਂ ਤੇ। ਜਿਹੜਾ ਸਰਕਾਰਾਂ ਦਾ ਰਲ ਮਿਲ ਕੇ ਸੀਗਾ, ਹਾਂ ਹੈ ਉਹਨਾਂ ਸੀਗਾ ਸਾਰੇ, ਜਿਹੜਾ ਬਾਪੂ ਹਰਦੀਪ ਸਿੰਘ ਡਿਬਡੇਵਾ ਹੋਣੀ ਆ ਜਿਨ੍ਹਾਂ ਦਾ, ਉਹਨੇ ਇੱਕ ਗੱਲ ਕਹੀ ਸੀਗੀ ਬੜੀ ਪਿਆਰੀ। ਉਹ ਕਹਿੰਦੇ ਸੀਗੇ ਵੀ ਕਾਮਰੇਡਾਂ ਦਾ ਇਤਿਹਾਸ ਆ ਕਿ ਇਹਨਾਂ ਨੇ ਮੋਰਚੇ ਲਾ ਕੇ ਤੇ ਵੇਚੇ ਕਿਦਾਂ, ਮੋਰਚੇ ਲਾਉਣੇ ਤੇ ਵੇਚਣੇ ਕਿਦਾਂ, ਆਹ ਇਤਿਹਾਸ ਦਾ ਹਾਂਜੀ ਜਿਤਨਾ ਇਤਿਹਾਸ ਨਹੀਂ ਕਰਨ ਦਾ, ਮੋਰਚੇ ਲਾ ਕੇ ਵੇਚਣੇ ਕਿਦਾਂ ਵਾ ਗਵਰਨਮੈਂਟ ਨੂੰ, ਉਹ ਇਤਿਹਾਸ ਦਾ ਹਾਂਜੀ ਬਿਲਕੁਲ। ਹੁਣ ਵੇਖੋ ਜਿੱਦਾਂ ਇੱਕ ਮੈਂ ਥੋੜੀ ਗੱਲ ਕੋਸ਼ਿਸ਼ ਕਰਨ ਲੱਗਾ ਸੀਗਾ, ਜਿੱਦਾਂ ਤੁਸੀਂ ਕਹਿੰਦੇ ਵੀ ਉੱਥੇ ਇੰਡੀਆ ਰੌਲਾ ਪਾਉਂਦੇ ਆ, ਯੂਥ ਨੂੰ ਗਲਤ ਦੱਸਣ ਦੇ, ਰਾਈਟ, ਜੋ ਮਰਜ਼ੀ ਭਗਤ ਸਿੰਘ ਕਰਨ ਲੋਕ ਔੜੇ ਆ ਬਿਲਡਿੰਗਾਂ ਟੱਟਣੀਆਂ ਨਹੀਂ ਗਾੜੀਆਂ ਵਾ,
ਆ ਬਿਲਡਿੰਗਾਂ 1929 ਦੀਆਂ ਬਣੀਆਂ ਢੱਠੀਆਂ ਨਹੀਂ ਗਈਆਂ ਆੜੀਆਂ ਵਾ ਹਾਂਜੀ ਉੱਥੇ ਲਿਖਿਆ ਪਿਆ ਵਾ 1919 ਦੀ ਬਿਲਡਿੰਗ ਬਣੀ ਆ ਹਾਂਜੀ, ਉਹ ਮੈਂ ਲਿਖ ਕੇ ਦਿਖਾ ਦਿੰਦੇ ਇੱਕ ਬਿਲਡਿੰਗ ਬਣੀ ਪਈ ਆ। ਹਾਂਜੀ ਆ ਜੋ ਮਰਜ਼ੀ ਕਰ ਦੇਣ, ਸੱਚ ਨਹੀਂ ਮਿਟਣਾ ਕਦੀ ਵੀ। ਹਾਂਜੀ ਤੇ ਜਿਹੜੇ ਸਾਡੇ ਬਾਬੇ ਨੇ ਗੁਰਦੁਆਰੇ ਸਾਡੇ ਤੇ ਸਾਰੇ ਆ ਜਿੰਨੀਆਂ ਮਰਜ਼ੀ ਬੁੱਕਾਂ ਲਿਖ ਦੇਣ, ਜੋ ਮਰਜ਼ੀ ਕਰ ਦੇਣ, ਇਹਨਾਂ ਨੂੰ ਨਹੀਂ ਮਿਟਾ ਸਕਦੇ। ਹਾਂਜੀ, ਇੱਕ ਗੱਲ ਮੈਂ ਖਾਲਸਾ ਜੀ ਹੋਰ ਕਹਿਣੀ ਚਾਹੁੰਦਾ, ਜਿਹੜੀ ਗੱਲ ਮੇਰੇ ਦਿਮਾਗ ਦੇ ਵਿੱਚ ਇਹ ਆਉਂਦੀ ਆ ਵੀ ਜਿੰਨਾ ਇਹਨਾਂ ਨੇ ਲਿਟਰੇਚਰ ਕਾਮਰੇਡੀ ਵਿਚਾਰਧਾਰਾ ਦੇ ਵਿੱਚ ਲਿਆਣ ਕੇ ਤੇ ਜਿੰਨਾ ਮਤਲਬ ਵੀ ਇਹਨਾਂ ਆਜ਼ਾਦੀ ਦੇ ਪਰਵਾਨਿਆਂ ਦੇ ਤੌਰ ਤੇ ਕੁਝ ਬੰਦਿਆਂ ਨੂੰ ਪ੍ਰਮੋਟ ਕਰਕੇ ਇੱਕ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਸਤੇ ਵਰਤਿਆ, ਸਾਡੇ ਕੋਲ ਨਾ ਕੁਝ ਸਮਾਂ ਪਹਿਲਾਂ ਆਪਾਂ ਨਾ ਉਹਦਾ ਤੋੜ ਨਹੀਂ ਲੱਭ ਸਕੇ ਨਾ, ਜਿੱਦਾਂ ਅੱਜ ਤੋਂ 5-7 ਸਾਲ ਪਹਿਲਾਂ ਆਪਣਾ ਧਿਆਨ ਹੋਇਆ ਇਸ ਬੰਨੇ। ਤੇ ਜੇ ਇਹੋ ਕੰਮ ਆਪਾਂ ਇਹਨਾਂ ਦੇ ਨਾਲ ਹੀ ਬਰਾਬਰ ਉਦੋਂ ਸ਼ੁਰੂ ਕਰ ਦਿੰਦੇ ਨਾ। ਮੈਂ ਇੱਕ ਪ੍ਰਚਾਰਕ ਨੂੰ ਮਿਲਿਆ ਸੀ, ਤੁਸੀਂ ਜਾਣਦੇ ਹੋਣੇ, ਜਸਵੰਤ ਸਿੰਘ ਜੀ, ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਉਹ ਨਾ ਉਦੋਂ ਸੰਤ ਕਰਤਾਰ ਸਿੰਘ ਦੇ ਭਤੀਜੇ ਆ ਉਹ। ਹਾਂਜੀ, ਮੈਂ ਉਹਨਾਂ ਨੂੰ ਮਿਲਿਆ ਸੀ ਤੇ ਉਹਨਾਂ ਨੇ ਨਾ ਉਦੋਂ ਮੇਰੇ ਨਾਲ ਗੱਲਬਾਤ ਕੀਤੀ ਸੀ ਟਕਸਾਲ ਦੇ ਵਿੱਚ। ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਮੈਂ ਉਹਨਾਂ ਨੂੰ ਇੰਨੀ ਗੱਲ ਪੁੱਛੀ, ਮੈਂ ਕਿਹਾ ਵੀ ਖਾਲਸਾ ਜੀ ਤੁਸੀਂ ਅੱਜ ਸਾਡੇ ਕੰਮ ਨੂੰ ਕਿੱਦਾਂ ਵੇਖਦੇ ਹੋ? ਤੇ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ, ਤੁਹਾਨੂੰ ਪਤਾ ਵੀ ਉਹ ਗਾਲ ਕੱਢ ਦਿੰਦੇ ਹੁੰਦੇ, ਉਹਨਾਂ ਨੇ ਮੈਨੂੰ ਨਾ ਇੱਕ ਗਾਲ ਕੱਢੀ, ਨਾਲੇ ਤੇ ਨਾਲੇ ਮੈਨੂੰ ਇੰਨੀ ਗੱਲ ਕਹੀ, ਕੰਜਰੋ ਤੁਹਾਨੂੰ ਨਾ ਇਹ ਕੰਮ ਅੱਜ ਤੋਂ 15 ਸਾਲ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ, ਜਿਹੜਾ ਤੁਸੀਂ ਅੱਜ ਕੀਤਾ। ਵਕੀਲ ਸਿੰਘ, ਇੱਕ ਉਹ ਗੱਲ ਬਿਲਕੁਲ ਨਾ ਬਜ਼ੁਰਗਾਂ ਦੀ ਸਿਰ ਮੱਥੇ ਤੇ ਆ, ਪਰ ਮੈਂ ਨਾ ਜਿਹੜੀ ਚੀਜ਼ ਮੈਂ ਲੱਭੀ ਇੱਥੇ ਆਣ ਕੇ, ਤੁਸੀਂ ਨੋਟ ਕਰਿਓ ਵੀ ਜਿੰਨੇ ਵੀ ਬੰਦੇ ਜਦੋਂ ਮੁੰਡੇ ਨਾ ਪੰਜਾਬ ਤੋਂ ਅਮਰੀਕਾ ਕੈਨੇਡਾ ਆਉਂਦੇ ਆ, ਆਸਟ੍ਰੇਲੀਆ ਆਉਂਦੇ ਆ, ਹਾਂਜੀ, ਤੁਸੀਂ ਨੋਟ ਕਰਿਓ ਉੱਥੇ ਆਣ ਕੇ ਸੋਚ ਬਲ ਜਾਂਦੀ ਇਹਨਾਂ ਬੰਦੇ ਦੀ ਆਣ ਕੇ। ਹਾਂਜੀ, ਜੇ 100 ਬੱਚਾ ਆਉਂਦਾ ਨਾ, ਹਾਂਜੀ, ਤੇ 100 ਦੇ ਵਿੱਚੋਂ 70 ਬੰਦੇ ਜਿਹੜੇ ਆ ਉਹਨੇ ਸੋਚ ਬਲ ਜਾਂਦੀ ਆਣ ਕੇ ਬਾਹਰ ਆਣ ਕੇ। ਹਾਂਜੀ, ਇੱਕ ਗੱਲ ਸਾਨੂੰ ਮੰਨਣੀ ਪੈਣੀ ਆ ਕਿ ਮਾਰੇ ਕਹਿੰਦੇ ਵੀ ਰਾਜ ਬਿਨਾ ਨਾ ਧਰਮ ਚਲੇ ਹੈ, ਤੇ ਧਰਮ ਬਿਨਾ ਸਭ ਦਲੇ ਮਲੇ ਜੀ। ਜਿਨ੍ਹਾਂ ਦੇ ਕੋਲ ਰਾਜ ਹੁੰਦਾ ਨਾ, ਉਹ ਬੱਚਿਆਂ ਨੂੰ ਸਕੂਲਾਂ 'ਚ ਪੜਾਉਂਦੇ ਆ। ਬਿਲਕੁਲ ਜੀ, ਤੇ ਤੁਹਾਡੇ ਆ ਬਜ਼ੁਰਗ ਆ, ਹਾਂਜੀ, ਤੇ ਜਿਹੜੇ ਗੁਲਾਮ ਹੁੰਦੇ ਆ, ਹਾਂਜੀ, ਉਹਨਾਂ ਦੇ ਬਜ਼ੁਰਗਾਂ ਨੂੰ ਅੱਤਵਾਦੀ ਪੇਸ਼ ਕਰਕੇ ਉਹਨਾਂ ਬੁੱਕਾਂ 'ਚ ਪੜਾਇਆ ਜਾਂਦਾ ਵਾ। ਇਸ ਕਰਕੇ ਤੁਹਾਡਾ ਕਸੂਰ ਨਹੀਂ ਹੈਗਾ, ਕਸੂਰ ਸਾਰਾ ਥੋੜਾ ਜਿਹਾ ਸਮੇਂ ਦਾ ਵਾ। ਹਾਂਜੀ, ਕੋਈ ਗੱਲ ਨਹੀਂ ਗੀ, ਸਾਨੂੰ ਸਤਿਗੁਰ ਤੇ ਭਰੋਸਾ ਵਾ। ਉਹ ਦੇਸ਼ ਪੰਜਾਬ ਆਜ਼ਾਦ ਹੋਣਾ ਵਾ ਜਿਸ ਵਾਸਤੇ ਬਾਬੇ ਲੜੇ ਆ। ਹਾਂਜੀ, ਉਹ ਜਿੱਦਣ ਆਜ਼ਾਦ ਹੋ ਗਿਆ, ਇਹਨਾਂ ਬਾਬਿਆਂ ਨੂੰ ਬੱਚੇ ਸਕੂਲਾਂ 'ਚ ਪੜ੍ਹਾਇਆ ਕਰਨਗੇ। ਬਿਲਕੁਲ ਜੀ, ਜਿੱਦਣ ਬੱਚੇ ਨੂੰ ਸਕੂਲੇ ਪੜ੍ਹਨਗੇ ਨਾ, ਉਹ ਹੁਣ ਲੋੜ ਨਹੀਂ ਦੱਸਣ ਦੀ ਪੈਣੀ ਵੀ ਆਹ ਕੌਣ ਹੁੰਦੇ ਆ। ਇਸ ਕਰਕੇ ਜਿਹੜਾ ਰਾਜ ਆ, ਰਾਜ ਤੋਂ ਬਿਨਾਂ ਮੇਰਾ ਵੀਰ ਇਹੋ ਹਾਲਤ ਜੋ ਸਾਡੀ ਹੋਈ ਆ। ਸਾਡੇ ਯੋਧਿਆਂ ਨੂੰ ਇਹਨਾਂ ਨੇ ਕਾਮਰੇਡ ਦਿਖਾਤਾ, ਤੇ ਜਿਹੜੇ ਲਾਜਪਤ ਦੇ ਚੋਰ ਸੀਗੇ ਉਹਨਾਂ ਨੂੰ ਸ਼ਹੀਦ ਦਿਖਾਤਾ। ਹਾਂਜੀ, ਬਿਲਕੁਲ, ਵੇਖੋ ਨਾ ਵੀ ਨਿਸ਼ਾਨੀਆਂ। ਹਾਂਜੀ, ਜਿੱਦਾਂ ਕਿ ਹੁਣ ਲਾਲਾ ਲਾਜਪਤ ਰਾਏ ਨੂੰ ਮੈਂ ਵੀ ਅੱਜ ਤੱਕ ਇਹੋ ਸੋਚਦਾ ਰਿਹਾ ਵੀ ਉਹ, ਪਰ ਅੱਜ ਇਸ ਬਾਰੇ ਮੈਨੂੰ ਅੱਜ ਪਤਾ ਲੱਗੀ। ਨੈਕਸਟ ਟਾਈਮ ਆਪਾਂ ਫਿਰ ਗੱਲਬਾਤ ਕਰਾਂਗੇ ਤੇ ਹਾਂਜੀ, ਉਹ ਸਾਰਾ ਕੁਝ ਹੀ ਆਪਾਂ ਲੱਭ ਕੇ ਮੈਨੂੰ, ਪਰ ਮੈਂ ਤੁਹਾਡੇ ਅੱਗੇ ਇੱਕ ਪਰਸਨਲੀ ਬੇਨਤੀ ਕਰਾਂਗਾ, ਮੈਨੂੰ ਲਿਟਰੇਚਰ ਥੋੜਾ ਜਿਹਾ ਜ਼ਰੂਰ ਦਿਓ, ਕਿਉਂਕਿ ਆਪਣੇ ਯੂਥ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਜੋ ਕੁਝ ਸਾਡੇ ਤੇ ਮੜਿਆ ਗਿਆ, ਸਾਡੇ ਥੋਪਿਆ ਗਿਆ ਸਾਡੇ ਉੱਤੇ, ਸਾਡੀ ਪੂਰੀ ਸੱਚਾਈ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਜਿਹੜੀ ਨਹੀਂ ਲਿਆਂਦੀ ਗਈ। ਅਸੀਂ ਬਹੁਤ ਪਛੜ ਗਏ ਆ ਇਹਨਾਂ ਨਾਲੋਂ। 15 ਸਾਲ ਦਾ ਸਾਡੇ 'ਚ ਗੈਪ ਹੈ ਇਹਨਾਂ ਦੇ 15 ਸਾਲ ਦੇ ਵਿੱਚ, ਕਿਉਂਕਿ ਇਹਨਾਂ ਬੰਦਿਆਂ ਨੇ ਆਪਣੀ ਸਰਕਾਰੀ ਸਪੋਰਟ ਨੂੰ, ਆਪਣੀ ਜਿਹੜੀ ਹੈਗੀ ਹੀ ਸਰਕਾਰੀ ਮਸ਼ੀਨਰੀ ਨੂੰ, ਜਿਹੜਾ ਆਪਣੀ ਸਿੱਖੀ ਦੇ ਖਿਲਾਫ ਇਹਨਾਂ ਨੇ ਵਰਤਿਆ ਵਾ, ਉਹਦਾ ਸਾਨੂੰ ਜਵਾਬ ਦੇਣ ਲਈ ਸਮਾਂ ਤਾਂ ਥੋੜਾ ਜਿਹਾ ਲੱਗੂਗਾ। ਪਰ ਇਹ ਗੱਲ ਹੈਗੀ ਆ ਵੀ ਇਹਨਾਂ ਨੂੰ ਭੰਨ ਕੇ ਸੁੱਟਾਂਗੇ ਜ਼ਰੂਰ। ਸਾਡੇ ਨਾ ਸਾਡੇ ਨਾ ਇੱਥੇ ਸਾਡੇ ਇੱਥੇ ਇੱਕ ਨਾ ਮੁੰਡਾ ਇੱਥੇ ਬੋਰਨੀਆ ਸਟਾਕਟਨ ਦਾ, ਹਾਂਜੀ, ਤੇਜਪਾਲ ਸਿੰਘ ਨਾਂ ਦਾ, ਹਾਂਜੀ, ਉਹਨੇ PhD ਕੀਤੀ ਗਦਰੀ ਬਾਬੇ ਤੇ। ਹਾਂਜੀ, ਉਹਦਾ ਮੇਰੇ ਖਿਆਲ ਨਾਲ ਹੁਣ ਸ਼ਾਇਦ 1-2 ਮਹੀਨੇ ਵਿੱਚ ਉਹਨੇ ਆਪਣੀ ਫਿਨਿਸ਼ ਕਰ ਲੈਣੀ ਆ। ਹਾਂਜੀ, ਫਿਰ ਉਹਨੇ ਵੀ ਲਿਖਣਾ ਪਰਚਾ। ਹਾਂਜੀ, ਉਹਨੇ PhD ਕੀਤੀ। ਇੱਥੇ ਦਾ ਬੱਚਾ ਬੋਰਨ ਸਾਡਾ, ਹਾਂਜੀ, ਅਮਰਤਾਰੀ ਸਿੰਘ ਸਾਡਾ। ਹਾਂਜੀ, ਉਹ ਡਾਕਟਰ, ਹਾਂਜੀ, ਡਾਕਟਰ ਨਵਤੇਜ ਸਿੰਘ ਹੁਣੀ ਮੇਰੇ ਹਿਸਾਬ ਨਾਲ ਸੈਕਰਾਮੈਂਟੋ ਇੱਥੇ ਹੈਗੇ ਨੇ। ਉਹਨਾਂ ਦੇ ਬੱਚੇ ਡਾਕਟਰ ਹੋ ਕੇ ਵੀ ਕੀਰਤਨੀਏ ਨੇ। ਬਹੁਤ ਸਿੰਘ ਆਪਣੇ ਜਿਨ੍ਹਾਂ ਬੰਦਿਆਂ ਨੇ ਮਤਲਬ ਕਿ ਆਪਣਾ ਸਾਰਾ ਕੁਝ ਸਾਂਭਿਆ ਵਾ, ਤੇ ਉਹ ਬੱਚੇ ਸਾਡੇ ਤੇ ਸਟਾਰਟਨ ਗੁਰੂ ਘਰ ਦੇ ਵਿੱਚ, ਹਾਂਜੀ, ਜਦੋਂ ਅਸੀਂ ਰੈਂਸ ਵਿੱਚ ਕੀਰਤਨ ਕਰਦੇ ਆ ਨਾ, ਹਾਂਜੀ, ਸਾਡੇ ਲੋਕਲ ਜਥੇ ਜਿਹੜੇ ਸਾਡੇ ਬੱਚੇ ਕੀਰਤਨ ਕਰਦੇ ਆ, ਹਾਂਜੀ, ਜਿਹੜੇ ਬਾਣੀ ਵਾਲੇ ਸਿੰਘ ਆ, ਉਹਨਾਂ ਨੂੰ ਵਾਰੀ ਨਹੀਂ ਮਿਲਦੀ ਸਾਰੀ ਰਾਤ। ਹਾਂਜੀ, ਤੇ ਸੋਚਦੇ ਵੀ ਕਿੰਨਾ ਬੱਚਾ ਸਾਡੇ ਕੋਲ ਇੱਥੇ ਹੋਊ। ਹਾਂਜੀ, ਨਹੀਂ ਬਿਲਕੁਲ, ਆਪਾਂ ਹੁਣ ਸਾਰੀ ਰਾਤ ਬੱਚਿਆਂ ਨੂੰ ਟਾਈਮ ਹੀ ਨਹੀਂ ਮਿਲਦਾ। ਤੁਸੀਂ ਮੈਨੂੰ ਦੱਸਿਆ ਕਰੋ, ਆਪਾਂ ਕੋਸ਼ਿਸ਼ ਕਰਿਆ ਕਰਾਂਗੇ। ਮੈਂ ਵਾਂ ਜਾਂ ਜੋਤ ਵੀ ਹੈਗਾ ਵਾ, ਆਪਾਂ ਪੇਜ ਦੇ ਉੱਤੇ ਇਹ ਗੱਲ ਨੂੰ ਆਪਣੀ ਨੂੰ ਲਾਈਵ ਚਲਾ ਦਿਆ ਕਰਾਂਗੇ, ਜਾਂ ਮੈਂ ਆ ਜਾ ਕਰੂੰ ਜਾਂ ਕੋਈ ਵੀ ਆ ਜਾ ਕਰੂ। ਬਾਕੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਇਹਨਾਂ ਸਮਾਂ ਦੇਣ ਲਈ। ਤੇ ਆਪਾਂ ਇੱਕ ਵਾਰੀ ਫਿਰ ਮੜ ਜਾ ਤੁਹਾਨੂੰ ਮੈਂ, ਹਾਂਜੀ, ਹਾਂਜੀ, ਮੈਂ ਵਿਖਾ ਦੇਣਾ ਸਾਰੀ ਨੰਬਰ ਪਲੇਟ ਲੱਗੀ ਆ, ਉਹ ਦਿਖਾ ਦਿਓ 1919 ਜਿਹੜੀ ਬਿਲਡਿੰਗ ਬਣੀ। ਹਾਂਜੀ, ਮੈਂ ਸਾਰਾ ਕੁਝ ਦਿਖਾ ਦੇਣਾ। ਬਹੁਤ ਬਹੁਤ ਧੰਨਵਾਦ ਖਾਲਸਾ ਜੀ। ਇਹ ਹੈਗੇ ਸੀ ਆਪਣੇ ਭਾਈ ਦਲਜੀਤ ਸਿੰਘ ਜੀ ਸੰਧੂ।
ਇਹ ਵੀਰ ਆਪਣੇ ਬਟਾਲੇ ਤੋਂ ਨੇ ਤੇ ਇਹਨਾਂ ਨਾਲ ਅੱਜ ਮੈਨੂੰ ਮਿਲ ਕੇ ਇੰਨੀ ਗੱਲ ਦਾ ਪਤਾ ਲੱਗਾ ਵੀ ਇਹ ਮੇਰੇ ਬਚਪਨ ਦੇ ਫਰੈਂਡ ਗੁਰਲਾਲ ਸਿੰਘ ਦੇ ਵੱਡੇ ਭਰਾਤਾ ਨੇ ਤੇ ਮੈਂ ਚੱਪਲ ਲਾ ਹੀ ਦੇਵਾਂ, ਠੰਡ ਬੜੀ ਆ ਤੇ ਤੁਹਾਨੂੰ ਵਿਖਾਲਦਾ। ਬਾਕੀ ਜਿਹੜੇ ਕਾਮਰੇਡ ਕੇਸਰੀ ਨਿਸ਼ਾਨਾ ਤੋਂ ਮੋਰਚੇ ਦੇ ਵਿੱਚ ਖਿੱਚੀ ਜਾਂਦੇ ਸੀ ਉਹਨਾਂ ਵਾਸਤੇ ਆ ਗੱਲ ਆ ਵੀ ਇਹਨਾਂ ਦਾ ਕੀ ਕਰੋਗੇ ਕਾਮਰੇਡੋ, ਇਹਨਾਂ ਦਾ ਕੀ ਕਰੋਗੇ ਮੋਰਚੇ ਦੇ ਵਿੱਚੋਂ ਤੇ ਤੁਸੀਂ ਕਹਿੰਦੇ ਸੀ ਵੀ ਨਿਸ਼ਾਨ ਲੈ ਜਾਓ, ਸਾਨੂੰ ਅੱਤਵਾਦੀ ਬਣਾ ਕੇ ਦਿੱਤਾ ਜਾਂਦਾ ਵਾ, ਪਰ ਇੱਥੇ ਵਰਲਡ ਦੀ ਨੰਬਰ 1 ਕੰਟਰੀ ਦੇ ਵਿੱਚ ਖਾਲਸੇ ਦਾ ਨਿਸ਼ਾਨ ਝੂਲਦਾ ਵਾ ਤੇ ਕਿਤੇ ਭੁੱਲ ਭੁਲੇਖੇ ਵੀ ਜਿਹੜੀ ਤੁਹਾਡੀ ਨਸਲ ਵਾ ਨਾ ਇੱਥੇ ਆਣ ਕੇ ਇਹ ਨਹੀਂ ਕਹਿ ਸਕਦੀ ਕਿ ਅਸੀਂ ਕਾਮਰੇਡ ਆ, ਠੀਕ ਹੈ ਨਾ। ਜੇ ਤੁਹਾਡੇ ਜਿਹੜਾ ਬੰਦਾ ਤੁਹਾਡਾ ਕਾਮਰੇਡੀ ਨੂੰ ਪ੍ਰਮੋਟ ਕਰਨ ਲਈ ਤੁਸੀਂ ਲਿਆਂਦਾ ਵਾ ਉਹਨੂੰ ਕਹੋ ਵੀ ਇੱਕ ਵਾਰੀ ਇੰਨੀ ਗੱਲ ਆਣ ਕੇ ਕਹਿ ਦੇ ਕਿ ਮਤਲਬ ਵੀ ਅਸੀਂ ਕਾਮਰੇਡ ਆ, ਇੱਥੇ ਬਾਜ਼ਾਰ ਦੇ ਵਿੱਚ ਖੜ ਕੇ ਕਹਿ ਦੇ, ਅਗਲਿਆਂ ਲੀਰਾਂ ਨਾਲ ਖਿਲਾਰ ਦਿੱਤੀਆਂ ਤਾਂ ਆਖਿਓ। ਸੋ ਮਾੜਾ ਜਿਹਾ ਮੈਂ ਤੁਹਾਨੂੰ ਅੰਦਰੋਂ ਮੈਂ ਬੋਲਣਾ ਨਹੀਂ ਗਾ, ਮੈਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾ ਲਿਆਉਣਾ ਵਾ ਦਰਬਾਰ ਦੇ। ਤੇ ਬਾਕੀ ਕਾਮਰੇਡਾਂ ਨੂੰ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਕਿ ਸੂਰਮਿਆਂ ਦੀਆਂ ਫੋਟੋਆਂ ਇਦਾਂ ਲੱਗਦੀਆਂ ਹੁੰਦੀਆਂ ਵਾ, ਇਦਾਂ ਪ੍ਰਚਾਰੀਆਂ ਜਾਂਦੀਆਂ ਸੂਰਮਿਆਂ ਦੀਆਂ ਫੋਟੋਆਂ। ਹਾਂਜੀ ਮੈਂ ਹੁਣ ਚੁੱਪ ਕਰ ਜਾਣਾ ਬਾਬਿਓ ਤੇ ਤੁਸੀਂ ਦਰਸ਼ਨ ਕਰ ਲਿਓ ਮਹਾਰਾਜ ਜੀ। ਇਹ ਫੋਟੋ ਲੱਗੀ ਆ ਸੰਤ ਜਰਨੈਲ ਸਿੰਘ ਜੀ ਦੀ, ਨਾਲ ਥੱਲੇ ਲਿਖਿਆ ਗਿਆ ਦੀ ਗ੍ਰੇਟੈਸਟ ਸਿੱਖ ਆਫ ਦੀ 20th ਸੈਂਚੁਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਇੱਥੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਵੀ ਕੀ ਹੈ ਥੱਲੇ। ਤੇ ਇਹ ਹੈਗਾ ਸ਼ਹੀਦੀ ਜੋੜ ਮੇਲਾ ਜਿਹੜਾ ਪਿਛਲੇ ਕੁਝ ਦਿਨ ਲੰਘ ਕੇ ਗਿਆ। ਤੇ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਭ ਕੁਝ ਦੱਸਿਆ ਗਿਆ ਇੱਥੇ। ਤੇ ਹੁਣ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਵੀ ਗਦਰੀ ਬਾਬਿਆਂ ਨੇ ਜਿਹੜਾ ਗੁਰੂ ਘਰ ਬਣਾਇਆ ਸੀ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਵਾ, ਸਿੱਖ ਕੋਡ ਆਫ ਕੰਡਕਟ ਐਂਡ ਕਨਵੈਨਸ਼ਨ। ਬਾਕੀ ਇਹ ਸਾਰਾ ਕੁਝ ਕਿਸੇ ਦਿਨ ਮੈਂ ਫ੍ਰੀ ਟਾਈਮ ਆਣ ਕੇ ਉੱਧਰ ਪੰਜਾਬੀ 'ਚ ਲਿਖਿਆ, ਇੰਗਲਿਸ਼ 'ਚ ਲਿਖਿਆ ਵਾ, ਇੱਥੇ ਪੰਜਾਬੀ ਦੇ ਵਿੱਚ ਲਿਖਿਆ ਵਾ ਸਾਰਾ ਕੁਝ ਸਿੱਖ ਰਹਿਤ ਮਰਿਆਦਾ। ਤੇ ਜੇ ਗਦਰੀ ਬਾਬਿਆਂ ਵੱਲੋਂ ਬਣਾਏ ਗਏ ਗੁਰਦੁਆਰੇ ਦੇ ਵਿੱਚ ਸਿੱਖ ਮਰਿਆਦਾ ਕੱਲੀ ਮਰਿਆਦਾ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਵੀ ਕਿੱਦਾਂ ਸਿੱਖ ਮਰਿਆਦਾ ਵਿੱਚ ਸਿੱਖ ਦੀ ਤਾਰੀਫ, ਗੁਰਦੁਆਰੇ ਕੀਰਤਨ, ਹੁਕਮ ਲੈਣਾ, ਸਧਾਰਨ ਪਾਠ, ਅਖੰਡ ਪਾਠ, ਭੋਗ, ਕੜਾਹ ਪ੍ਰਸ਼ਾਦ, ਗੁਰਬਾਣੀ ਦੀ ਕਥਾ, ਗੁਰਮਤਿ ਵਿੱਚ ਰਹਿਣੀ। ਇੱਕ ਗੱਲ ਜਿਹੜੀ ਆ ਇੱਥੇ ਜਿਹੜੀ ਗੁਰੂ ਘਰ ਦੇ ਵਿੱਚ ਗਦਰੀ ਬਾਬਿਆਂ ਦੇ ਗੁਰੂ ਘਰ ਵਿੱਚ ਦੱਸੀ ਗਈ ਆ। ਤੇ ਮੈਂ ਤੁਹਾਨੂੰ ਬਸ ਥੋੜ੍ਹਾ ਜਿਹਾ ਦਿਖਾ ਦਿੰਦਾ ਅੰਦਰੋਂ, ਕਿਉਂਕਿ ਇੱਥੇ ਅੰਦਰ ਜਾ ਕੇ ਮੈਂ ਗੱਲ ਨਹੀਂ ਕਰ ਸਕਦਾ। ਤੇ ਬਾਹਰੋਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦਿੰਦਾ ਵਾ ਇੱਧਰੋਂ। ਇਹ ਸਵੇਰ ਦਾ ਹੁਕਮਨਾਮਾ। ਹਾਂਜੀ ਹੁਣ ਮੈਂ ਤੁਹਾਨੂੰ ਕੁਝ ਹੋਰ ਇਮਾਰਤ, ਕਿਉਂਕਿ ਤੁਹਾਨੂੰ ਮੈਂ ਅੰਦਰ ਉੱਥੇ ਜਾ ਕੇ ਇੱਕ ਵਾਰੀ ਵਿਖਾਲ ਦਿੰਦਾ ਜਿੱਥੇ ਅੰਦਰ ਸਾਰਾ ਕੁਝ ਸਮਾਨ ਜਿਹੜਾ ਗਦਰੀ ਬਾਬਿਆਂ ਦਾ ਇਤਿਹਾਸ ਤੇ ਸਾਰਾ ਕੁਝ ਪਿਆ। ਉੱਥੇ ਅੰਦਰ ਅਖੰਡ ਪਾਠ ਸਾਹਿਬ ਰੱਖਿਆ ਤੇ ਮੈਂ ਉੱਥੇ ਜਾ ਕੇ ਨਹੀਂ
ਮਤਲਬ ਵੀ ਮੈਂ ਬੋਲ ਸਕਦਾ, ਬਟ ਫਿਰ ਵੀ ਜਦੋਂ ਅਗਲੀ ਵਾਰ ਨੂੰ ਆਪਾਂ ਖਾਲਸਾ ਵਾਹਿਗੁਰੂ ਫਤਿਹ ਅਗਲੀ ਵਾਰ ਨੂੰ ਜਦੋਂ ਆਪਾਂ ਸੋਮਵਾਰ ਨੂੰ ਭਾਈ ਦਲਜੀਤ ਸਿੰਘ ਜੀ ਨੂੰ ਲੈ ਕੇ ਆਵਾਂਗੇ, ਉਦੋਂ ਸਾਰਾ ਇਤਿਹਾਸ ਇਸ ਗੁਰੂ ਘਰ ਦਾ ਜਿਹੜਾ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਸਾਰਿਆਂ ਨੂੰ ਵਿਖਾਲਿਆ ਜਾਊਗਾ ਕਿ ਜਿਨ੍ਹਾਂ ਗਦਰੀ ਬਾਬਿਆਂ ਨੂੰ ਅੱਜ ਤੱਕ ਇਹ ਕਾਮਰੇਡ ਲਾਉਣਾ ਕਾਮਰੇਡ ਕਹਿ ਕੇ ਪ੍ਰਚਾਰਦਾ ਰਿਹਾ ਵਾ, ਉਹਨਾਂ ਦਾ ਅਸਲ ਗੁਰੂ ਸਾਹਿਬ ਨਾਲ ਕਿੰਨਾ ਪਿਆਰ ਸੀ। ਇਹ ਹੈਗੀ ਆ ਸਿੱਖ ਟੈਂਪਲ 1915 ਐਂਡ 1929 the first Sikh come to California from India Punjab region to in 1899 the Pacific Coast Khalsa Diwan was formed in ਸਾਰਾ ਕੁਛ ਇਹਨਾਂ ਲਿਖਿਆ ਵੀ 1911 ਦੇ ਵਿੱਚ ਇਹ ਤਿਆਰ ਹੋਇਆ, ਕਰੀਬ ਬਣ ਗਿਆ ਸ਼ਾਇਦ ਉਦੋਂ ਤੱਕ। the first Sikh temple ever built in the US was completed on this site on November 21 1915 ਨੂੰ ਜਿਹੜਾ ਹੀ ਇਹ ਸਾਰਾ ਮਤਲਬ ਵੀ ਕੰਪਲੀਟ ਹੋ ਚੁੱਕਾ ਸੀ। ਐਂਡ ਇਫ ਇਟ ਇਜ਼ ਨਾਓ ਦੀ ਲਾਇਬ੍ਰੇਰੀ ਦੀ ਸੈਕੰਡ ਟੈਂਪਲ ਆਫ ਬਾਈ ਜੈਂਟਿਨ ਰਿਵਾਈਵ ਸਟਾਈਲ ਵਾਜ਼ ਡੈਡੀਕੇਟਡ ਔਨ ਜਨਵਰੀ। ਤੇ ਇਹਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਹੈਗੀ ਆ ਸਟਾਕਟਨ ਹਿਸਟੋਰਿਕ ਲੈਂਡਮਾਰਕ ਨੰਬਰ 50। ਇਸ ਗੁਰੂ ਘਰ ਨੂੰ ਕੋਈ ਵੀ ਦੁਨੀਆ ਦੀ ਤਾਕਤ ਇਥੋਂ ਹਿਲਾ ਨਹੀਂ ਸਕਦੀ। ਕਾਮਰੇਡ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹਨਾਂ ਇਤਿਹਾਸ ਦੇ ਵਿੱਚ ਜਿਹੜੇ ਸਰੋਤਾਂ ਨੂੰ ਆ ਉਹ ਕਦੀ ਵੀ ਕੋਈ ਮਿਟਾ ਨਹੀਂ ਸਕਦਾ। ਇਹ ਜਿਹੜੀ ਆ ਇਹ ਸਾਰਾ ਕੁਛ ਸਟਾਕਟਨ ਸਿਟੀ ਕੌਂਸਲ ਵੱਲੋਂ 2004 ਦੇ ਵਿੱਚ ਇਹਨੂੰ ਮੇਰੇ ਹਿਸਾਬ ਨਾਲ ਕੀਤਾ ਗਿਆ ਵਾ। ਬਾਕੀ ਸਾਰੀ ਜਗ੍ਹਾ ਥੋੜ੍ਹਾ ਜਿਹਾ ਅੰਦਰ ਤੁਹਾਨੂੰ ਮੈਂ ਮਿਊਜ਼ੀਅਮ ਦੀ ਵੀ ਥੋੜ੍ਹੀ ਵਿਖਾਲ ਦਿੰਦਾ, ਉਹ ਤੁਸੀਂ ਮਿਊਜ਼ੀਅਮ ਦੇ ਵਿੱਚ ਤੁਹਾਨੂੰ ਬਾਅਦ ਦੇ ਵਿੱਚ ਕਿਸੇ ਦਿਨ ਆਣ ਕੇ ਡਿਟੇਲ ਦੇ ਨਾਲ ਦੱਸਾਂਗੇ। ਇੱਕ ਪ੍ਰਿੰਟਿੰਗ ਪ੍ਰੈਸ ਜਿਹੜੀ ਕਰਤਾਰ ਸਿੰਘ ਸਰਾਭਾ ਜਿੱਥੋਂ ਲਿਟਰੇਚਰ ਛਾਪ ਕੇ ਬਣਦੇ ਹੁੰਦੇ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾ ਦਿੰਦੇ। ਇਹ ਸਾਰੀਆਂ ਤਸਵੀਰਾਂ ਅਜੇ ਥੋੜ੍ਹੀਆਂ ਜਿਹੀਆਂ ਕਵਰ ਕੀਤੀਆਂ ਗਈਆਂ ਨੇ, ਕਿਉਂਕਿ ਬਾਅਦ ਦੇ ਵਿੱਚ ਸਾਰੀਆਂ ਫਿਰ ਲਾਈਆਂ ਜਾਣਗੀਆਂ ਇੱਦਾਂ ਜਿੱਦਾਂ ਲੱਗੀਆਂ ਨੇ। ਇਹ ਹੈਗੇ ਨੇ ਆਪਣੇ ਬਾਬਾ ਵਿਸਾਖਾ ਸਿੰਘ ਜੀ, ਜਿਹੜੇ 3 ਫੁੱਟੀ ਕਿਰਪਾਨ ਦੇ ਨਾਲ ਨੇ। ਇਹ ਸਾਰਾ ਵਾਹਿਗੁਰੂ। ਹਾਂਜੀ, ਸੋ ਇਹ ਮਿਊਜ਼ੀਅਮ ਹੀ, ਇੱਥੇ ਮਿਊਜ਼ੀਅਮ ਦੇ ਵਿੱਚ ਕਿਸੇ ਸਿੰਘ ਵੱਲੋਂ ਅਖੰਡ ਪਾਠ ਕਰਵਾਏ ਗਏ ਨੇ। ਤੇ ਬਾਕੀ ਜਿਹੜੀ ਗੱਲਬਾਤ ਹੈਗੀ ਉਹ ਆਪਾਂ ਤੁਹਾਨੂੰ ਸਾਰੀ ਦੱਸ ਦਿੱਤੀ ਹੈ। ਬਿਲਡਿੰਗ ਕਾਫੀ ਵੱਡੀ ਹੈ ਤੇ ਕਰੀਬ ਲਾਗੇ ਜਿੰਨੀ ਕੋ ਕਿਸੇ ਨੂੰ ਕਿਸੇ ਦਾ ਘਰ ਜਾਂ ਜਗ੍ਹਾ ਮਿਲਦੀ ਹੈ ਤੇ ਉਹ ਵੀ ਜਿਹੜੀ ਉਹ ਬਾਏ ਕਰ ਲੈਂਦੀ ਹੈ ਕਮੇਟੀ। ਤੇ ਬਾਕੀ ਸਭ ਚੜ੍ਹਦੀ ਕਲਾ। ਬਹੁਤ ਸਾਰੇ ਵੀਰਾਂ ਦਾ ਧੰਨਵਾਦ ਸਮਾਂ ਦੇਣ ਲਈ। ਤੇ ਜਲਦੀ ਆਪਾਂ ਪਰਸੋਂ ਚੌਥ ਤੱਕ ਫਿਰ ਛੁੱਟੀ ਕਰਦੇ ਹਾਂ, ਇੱਕ ਛੁੱਟੀ ਕਰਕੇ ਤੇ ਫਿਰ ਆਪਾਂ ਗੱਲਬਾਤ ਸਾਰੀ ਕਰਾਂਗੇ। ਜਿਹੜੀ ਹੁਣ ਅੱਗੇ ਇੱਕ ਇਹਨਾਂ ਦੇ ਤੇ ਇੱਕ ਦੇ ਕੱਪੜੇ ਲੱਥਣੇ ਜਾਂ ਡਾਕਟਰ ਦੇ ਕਾਮਰੇਡ ਦੇ ਲੱਥਣੇ ਜਾਂ ਬਾਕੀਆਂ ਦੇ ਲੱਥਣੇ, ਪਰ ਉਹ ਹੁਣ ਪਤਾ ਨਹੀਂ ਵੀ ਜਿਹੜੇ ਡਾਕਟਰ ਸਾਹਿਬ ਨੇ ਹੁਣ
ਦਲ ਲਾਜਪਤ ਰਾਏ ਦੇ ਵੀ ਲਵਾ ਦੇਣੇ ਆ ਕਾਮਰੇਡ ਕਹਿ ਕੇ ਉਹਨਾਂ ਨੂੰ। ਤੇ ਪਰ ਇਹ ਗੱਲ ਜਿਹੜੀ ਹੈ ਕਦੀ ਵੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਵੀ ਕੋਈ ਬੰਦਾ ਉੱਠ ਕੇ ਆਣ ਕੇ ਕਰਤਾਰ ਸਿੰਘ ਸਰਾਭੇ ਨੂੰ ਜਾਂ ਗਦਰੀ ਬਾਬਿਆਂ ਨੂੰ ਆਣ ਕੇ ਕਾਮਰੇਡ ਕਹਿ ਦੇ ਜਾਂ ਗੁਰੂ ਸਾਹਿਬ ਨੂੰ ਕਾਮਰੇਡ ਕਹਿ ਕੇ ਤੇ ਯੂਥ ਦੇ ਜਿਹੜਾ ਵਾ ਉਹ ਦਿਮਾਗ ਨੂੰ ਮਤਲਬ ਵੀ ਬ੍ਰੇਨ ਵਾਸ਼ ਕਰਨ ਦੀ ਕੋਸ਼ਿਸ਼ ਕਰੇ। ਭਾਵੇਂ ਘੋਨੇ ਆ ਮੋਨੇ ਆ ਜਿੱਦਾਂ ਦੇ ਮਰਜ਼ੀ ਆ, ਪਰ ਜਿਹੜੇ ਸਾਡੇ ਭਰਾ ਵਾ ਮੁੜ ਘੁੜ ਕੇ ਬਾਅਦ ਦੇ ਵਿੱਚ ਅਸੀਂ ਉੱਥੇ ਹੀ ਆਉਣਾ ਵਾ ਜਿੱਥੋਂ ਆਪਾਂ ਤੁਰੇ ਸੀ। ਸੋ ਇੰਨੀ ਗੱਲਬਾਤ ਕਰਦੇ ਆ। ਬਾਕੀ ਤੁਹਾਨੂੰ ਹੁਣ ਥੋੜਾ ਜਿਹਾ ਫਨ ਵੀ ਕਰਾ ਦਿੰਦੇ ਆ। ਚਲੋ ਆਪਣੇ ਭਾਈ ਸਾਹਿਬ ਦਾ ਹੋਣਾ ਦਾ ਟਰੱਕ ਆਪਣਿਆਂ ਦਾ। ਹਾਂ ਭਾਈ ਹਾਂਜੀ ਬਾਬੇ ਕਿਤੇ ਜੰਗ ਜੁੰਗ ਤੇ ਖੜਨਾ ਵਾ। ਤੇ ਪਾਸ਼ਾ ਨੇ ਕਿਹਾ ਵਾ ਕਿ ਗੁਰੂ ਦੇ ਸਿੱਖ ਦੇ ਕੋਲ ਚੰਗਾ ਘੋੜਾ ਬਾਬਾ ਓਪਨ ਆ। ਇਹ ਆਪਣੇ ਸਿੰਘ ਭਾਈ ਜਿਹੜੇ ਹੈਗੇ ਨੇ ਭਾਈ ਦਲਜੀਤ ਸਿੰਘ ਜੀ ਸੰਧੂ ਸਾਹਿਬ ਬਟਾਲੇ ਤੋਂ। ਇਹਨਾਂ ਵਾਕਿਆ ਜੀ ਬਾਬੇ ਵੇਖ ਲਓ ਜੀ, ਕਹਿੰਦੇ ਨੇ ਨਾ ਵਾਕਿਆ ਕਹਿੰਦੇ ਸੀ ਵੀ ਬਾਬਾ ਜੀ ਆਪਣੇ ਕੋਲ ਖਰੋਟਾਂ ਦੀ ਖੇਤੀ ਵੀ ਹੈਗੀ ਆ ਬਦਾਮਾਂ ਦੀ ਸਾਰੀ ਆਪਣੇ ਕੋਲ ਇੱਥੇ ਕੈਲੀਫੋਰਨੀਆ ਬਦਾਮਾਂ ਦੀ ਖੇਤੀ ਆਪਣੇ ਕੋਲ। ਬਦਾਮ ਵੀ ਆਪਾਂ ਭੇਜੇ ਸੀ ਕਾਮਰੇਡਾਂ ਖਾਣ ਲਈ। ਨਹੀਂ ਮੈਂ ਨਹੀਂ ਭੇਜੇ ਸੀਗੇ, ਮੈਂ ਸਿੰਘਾਂ ਨੂੰ ਭੇਜੇ ਸੀਗੇ ਜਿਹੜੇ ਲੜਦੇ ਯੋਧੇ ਆਪਣੇ। ਅੱਛਾ ਨਹੀਂ ਭੇਜੇ ਸੀ ਨਾ ਉਦੋਂ ਆਪਾਂ ਉੱਥੇ ਮੋਰਚੇ ਦੇ ਵਿੱਚ। ਝੱਟਾਂ ਨਹੀਂ ਭੇਜੇ ਸੀਗੇ। ਅੱਛਾ ਜੀ ਝੱਟਾਂ ਦੇ ਕੋਲ ਹੈਗੇ ਉਹਨਾਂ ਨੂੰ ਭੇਜੇ ਸੀਗੇ ਝੱਟ ਦੱਸਣੇ। ਠੀਕ ਹੈ ਜੀ। ਵੀ ਯਾਨੀ ਕਿ ਆਪਣੇ ਕੋਲ ਬਦਾਮਾਂ ਦੀ ਖੇਤੀ ਹੈ ਇੱਥੇ। ਹਾਂਜੀ ਹਾਂਜੀ। ਤੇ ਉਹੀ ਜਿਹੜੀ ਜ਼ਮੀਨ ਆਪਣੇ ਕੋਲ ਤੁਹਾਡੇ ਕੋਲ ਇਹ ਪਹਿਲਾਂ ਗਦਰੀ ਬਾਬੇ ਖੇਤੀ ਕਰਦੇ ਰਹੇ ਆਲੂਆਂ ਦੀ ਕਹਿੰਦੇ ਇੱਥੇ। ਖੇਤੀ ਗੱਲ ਕਰਦੇ ਉੱਥੇ ਆਲੂ ਬੀਜਦੇ ਆਲੂ ਕਿੰਗ ਕਹਿੰਦੇ ਉਹਨਾਂ ਨੂੰ, ਪੋਟੈਟੋ ਕਿੰਗ ਕਹਿੰਦੇ ਇੱਥੇ। ਉੱਥੋਂ ਟ੍ਰੇਨ ਚੜ੍ਹ ਕੇ ਤੇ ਫਿਰ ਗੁਰਦੁਆਰੇ ਆਉਂਦੇ ਹੁੰਦੇ ਸੀ। ਉੱਥੇ ਖੇਤੀ ਹੋਲਡ ਜਦੋਂ ਆਪਚੇ ਟ੍ਰੇਨ ਆ ਹਾਂਜੀ ਯਾਰਡ ਆਪਾਂ। ਠੀਕ ਹੈ ਜੀ। ਤੇ ਬਾਕੀ ਵੇਖੋ ਜੀ ਘੋੜੇ, ਚਲੋ ਘੋੜਿਆਂ ਦੀਆਂ ਕਾਠੀਆਂ ਤੋਂ ਆਪਾਂ ਘੋੜੇ ਵੀ ਹੈਗੇ, ਉਹ ਵੀ ਤੁਹਾਨੂੰ ਵਿਖਾਲ ਕੇ ਲਿਆਵਾਂਗੇ। ਇਹ ਆਪਣੇ ਬਟਾਲੇ ਗੁਰਲਾਲ ਵੀਰ, ਬਹੁਤੇ ਮੇਰੇ ਵੀਰ ਜਿਹੜੇ ਜਾਣਦੇ ਹੋਣੇ ਆ, ਗੁਰਲਾਲ ਸਿੰਘ ਦੇ ਵੱਡੇ ਭਰਾ ਤਾਈ ਦਾ ਘੋੜਾ ਵਾ ਜੀ। ਤੇ ਬਾਕੀ ਸਭ ਚੜ੍ਹਦੀ ਕਲਾ ਜੀ। ਤੇ ਆਗਿਆ ਦਿਓ ਸਾਰੇ ਮੇਰੇ ਵੀਰ, ਹੁਣ ਫਿਰ ਕਿਤੇ ਮਿਲਾਂਗੇ। ਗੱਲਬਾਤ ਸਿਰਫ ਇਹੋ ਹੀ ਆ ਆਪਣੀ। ਫਿਰ ਇੱਕ ਬੇਨਤੀ ਆ ਡਾਕਟਰ ਸਵੇਮਾਨ ਸਿੰਘ ਜੀ ਬਾਰੇ ਵੀ ਜਾਂ ਹੋਰ ਕਿਸੇ ਬਾਰੇ ਵੀ, ਤੁਸੀਂ ਜਿੱਥੋਂ ਲੜਨਾ ਵਾ, ਜਿੱਥੋਂ ਲੜਨਾ ਲੜੋ, ਜੋ ਕੁਝ ਕਰਨਾ ਵਾ ਤੁਸੀਂ ਕਰੋ, ਕੋਈ ਪ੍ਰੋਬਲਮ ਨਹੀਂ ਸਾਨੂੰ ਤੁਹਾਡੇ ਤੋਂ। ਵੇਖੋ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ, ਤੁਸੀਂ ਆਗੂ ਹੋ, ਤੁਸੀਂ ਲੈਣੀਆਂ ਵੋਟਾਂ। ਤੁਸੀਂ ਲੋਕਾਂ ਨੂੰ ਕਿੱਦਾਂ ਕੰਪੈਲ ਕਰਨਾ, ਤੁਸੀਂ ਲੋਕਾਂ ਨੂੰ ਕਿਵੇਂ ਆਪਣੇ ਮੈਨੀਫੈਸਟੋ ਸਿਖਾਉਣੇ, ਤੁਸੀਂ ਲੋਕਾਂ ਨੂੰ ਕਿਵੇਂ ਮਤਲਬ ਵੀ ਇਹ ਗੱਲਾਂ ਆਪਣੀਆਂ ਸਮਝਾਉਣੀਆਂ ਵੀ ਸਾਡੇ ਕੋਲੋਂ ਮਤਲਬ ਵੀ ਦੂਜਿਆਂ ਨਾਲੋਂ ਬੈਟਰ ਕੀ ਆ, ਤੁਸੀਂ ਉਸ ਗੱਲ ਤੇ ਕਨਸੈਂਟਰੇਟ ਕਰੋ। ਪਰ ਜੇ ਤੁਸੀਂ ਇਹਨਾਂ ਗੱਲਾਂ ਨੂੰ ਲੈ ਕੇ ਅੱਗੇ ਵਧੋਗੇ ਕਿ ਫਲਾਨਾ ਜੀ ਅਸੀਂ ਕਾਮਰੇਡ ਆ ਤੇ ਫਲਾਨਾ ਵੀ ਕਾਮਰੇਡ ਹੀ ਜਾਂ ਫਲਾਨਾ ਵੀ ਕਾਮਰੇਡ ਹੀ, ਤਾਂ ਬਾਈ ਜੀ ਗੱਲਬਾਤ ਇਹ ਆ ਵੀ ਤੁਹਾਡਾ ਵਿਰੋਧ ਹੋਊਗਾ। ਭਾਵੇਂ ਜਿੰਨਾ ਮਰਜ਼ੀ ਸਾਨੂੰ ਇਸ ਬਾਰੇ ਸਰਚ ਕਰਨੀ ਪਵੇ, ਬੋਲਣਾ ਪਵੇ, ਭਾਵੇਂ ਕੁਝ ਵੀ ਕਰਨਾ ਪਵੇ, ਵੈਲਕਮ ਆ ਤੁਹਾਡਾ ਪੰਜਾਬ ਦੇ ਵਿੱਚ, ਵੈਲਕਮ ਆ ਤੁਹਾਡਾ ਸਿਆਸਤ ਦੇ ਵਿੱਚ, ਵੈਲਕਮ ਆ ਤੁਹਾਡਾ ਹਰੇਕ ਪਲੇਟਫਾਰਮ ਦੇ ਉੱਤੇ। ਪਰ ਜੇ ਤੁਸੀਂ ਕਿਸੇ ਪਲੇਟਫਾਰਮ ਨੂੰ ਲੈ ਕੇ ਵਰਤ ਕੇ ਤੁਸੀਂ ਇਹ ਗੱਲ ਕਰੋਗੇ ਵੀ ਬਾਬਾ ਨਾਨਕ ਵੀ ਕਾਮਰੇਡ ਸੀ, ਤਾਂ ਮੈਂ ਇੱਕ ਗੱਲ ਦੱਸੂਗਾ ਵੀ ਅਜੋਕੇ ਕਾਮਰੇਡਾਂ ਦੇ ਵਿੱਚ ਬਾਬੇ ਨਾਨਕ ਵਾਲੀ ਵਿਚਾਰਧਾਰਾ ਕਿਸ ਬੰਦੇ ਦੀ ਆ, ਇਹ ਜ਼ਰੂਰ ਦੱਸਿਓ ਕਿ ਤੁਹਾਡੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਵਾਲੀ ਆ ਜਾਂ ਤੁਹਾਡੇ ਕਿਸੇ ਹੋਰ ਕਾਮਰੇਡ ਸਾਥੀ ਦੀ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਵਾਲੀ ਆ। ਸੋ ਤੁਸੀਂ ਕਾਮਰੇਡ ਬਣਾਓ, ਭਗਤ ਸਿੰਘ ਨੂੰ ਕਾਮਰੇਡ ਬਣਾਓ। ਸਾਨੂੰ ਥੈਂਕ ਯੂ ਬਾਬੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਵੀ ਸਾਨੂੰ ਇਦਾਂ ਦਾ ਮਸਲਾ ਨਹੀਂ ਹੈਗਾ ਵੀ ਤੁਸੀਂ ਭਗਤ ਸਿੰਘ ਨੂੰ ਕਾਮਰੇਡ ਬਣਾਉਣਾ, ਤੁਸੀਂ ਲਾਲਾ ਲਾਜਪਤ ਰਾਏ ਨੂੰ ਕਾਮਰੇਡ ਬਣਾਉਣਾ, ਤੁਸੀਂ ਫਲਾਣੇ ਨੂੰ ਕਾਮਰੇਡ, ਜਿਹਨੂੰ ਮਰਜ਼ੀ ਆਪਣੇ ਨੂੰ ਚੱਕੀ ਆਓ ਜਿਹੜਾ ਤੁਹਾਡੇ ਕੋਲ ਕਾਬੂ ਆਉਂਦਾ। ਠੀਕ ਹੈ ਜੀ। ਸੋ ਗੱਲਬਾਤ ਇਹ ਆ, ਜੇ ਤੁਸੀਂ ਕਾਮਰੇਡ ਹੋ ਨਾ ਤੁਹਾਡਾ, ਫਿਰ ਤੁਸੀਂ ਕਾਮਰੇਡ ਬਣ ਕੇ ਵਿਚਰੋ, ਸਿੱਖ ਬਣ ਕੇ ਨਾ ਵਿਚਰੋ ਲੋਕਾਂ ਦੇ ਵਿੱਚ। ਤੁਹਾਡਾ ਇੱਕ ਸਟੈਂਡ ਜਿਹੜਾ ਵਾ ਉਹ ਕਲੀਅਰ ਹੋਣਾ ਚਾਹੀਦਾ। ਸਾਡਾ ਇੱਕ ਸਟੈਂਡ ਆ, ਸਾਡੀ ਲੀਕ ਵੱਜੀ ਪਈ ਆ ਵੀ ਅਸੀਂ ਕਾਮਰੇਡਾਂ ਦੇ ਕੱਟੜ ਵਿਰੋਧੀ ਆ। ਠੀਕ ਹੈ ਜੀ। ਤੇ ਡਾਕਟਰ ਸਾਹਿਬ ਆਪ ਜੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, ਵਾਟ ਵੀ ਹੈਵ ਡਨ ਫॉर ਪੰਜਾਬ, ਤੇ ਅਸੀਂ ਆਪਣੀ ਜਿੰਨੀ ਕੁ ਸਾਡੀ ਕਾਤ ਅਸੀਂ ਉਹਦੇ ਨਾਲੋਂ ਕਿਤੇ ਜ਼ਿਆਦਾ ਕਰ ਰਹੇ ਹਾਂ ਪੰਜਾਬ ਲਈ, ਬਹੁਤ ਜ਼ਿਆਦਾ ਕਰ ਰਹੇ ਹਾਂ। ਤੁਸੀਂ ਸ਼ਾਇਦ ਸਰਚ ਨਹੀਂ ਕੀਤੀ ਹੋਣੀ, ਪਰ ਜਿੰਨਾ ਕਹੀਂ ਆਪਣੇ ਪੰਜਾਬ ਲਈ, ਪੰਜਾਬੀ ਭਰਾਵਾਂ ਲਈ ਬੋਲਦੇ ਆ, ਸ਼ਾਇਦ ਤੁਸੀਂ ਉਹਨਾਂ ਪਿਛਲੇ 20 ਸਾਲਾਂ 'ਚ ਨਹੀਂ ਬੋਲੇ ਹੋਣੇ। ਸੋ ਗੱਲਬਾਤ ਇਦਾਂ ਦੀ ਹੈਗੀ ਆ।
ਪਹਿਲਾਂ ਇੱਕ ਚੈਨਲਾਂ ਦੇ ਉੱਤੇ ਤੁਸੀਂ ਜਿਹੜੀ ਗੱਲਬਾਤ ਕਰਦੇ ਹੋ ਇਹਨੂੰ ਤੁਹਾਨੂੰ ਬੰਦ ਕਰਨਾ ਪਊਗਾ। ਆਪਣੀ ਵਿਚਾਰਧਾਰਾ ਲੈ ਕੇ ਆਓ। ਤੁਹਾਡੀ ਆਪਣੀ ਖੁਦ ਦੀ ਵਿਚਾਰਧਾਰਾ ਕੀ ਆ? ਤੁਸੀਂ ਬਾਬੇ ਨਾਨਕ ਦੀ ਵਿਚਾਰਧਾਰਾ, ਜੇ ਤੁਸੀਂ ਸਿੱਖ ਨਹੀਂ ਨਾ ਹੈਗੇ, ਜੇ ਤੁਸੀਂ ਆਪਣੇ ਨੂੰ ਕਾਮਰੇਡ ਮੰਨਦੇ ਹੋ, ਸਿੱਖ ਨਹੀਂ ਮੰਨਦੇ, ਤਾਂ ਤੁਸੀਂ ਆਪਣੀ ਵਿਚਾਰਧਾਰਾ ਨੂੰ ਬਦਲ ਲਓ। ਤੁਸੀਂ ਫਿਰ ਇੱਕ ਉਹ ਜਿਹੜਾ ਤੁਸੀਂ ਸਰੂਪ ਧਾਰਨ ਕਰਕੇ ਸਪੈਸ਼ਲੀ ਆਏ ਹੋ ਉਹ ਤਿਆਗ ਦਿਓ। ਉਸ ਸਰੂਪ ਦੇ ਵਿੱਚ ਆਓ ਜਿਹੜੀ ਸਰੂਪ ਦੇ ਵਿੱਚ ਤੁਸੀਂ ਅਮਰੀਕਾ ਸੀ, ਫਿਰ ਅਸੀਂ ਮੰਨਾਂਗੇ ਤੁਹਾਨੂੰ ਕਾਮਰੇਡ ਆ। ਪਰ ਜੇ ਕੋਈ ਬੰਦਾ ਸਿੱਖੀ ਸਰੂਪ ਦੇ ਵਿੱਚ ਆਣ ਕੇ ਬਾਬੇ ਨਾਨਕ ਨੂੰ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕਰੂਗਾ, ਗਦਰੀ ਬਾਬਿਆਂ ਨੂੰ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕਰੂਗਾ, ਤੇ ਇਹ ਹੁਣ ਬਰਦਾਸ਼ਤ ਨਹੀਂ ਹੋਣਾ। ਹੁਣ ਕਿਉਂਕਿ ਬਹੁਤ ਜ਼ਿਆਦਾ ਕਾਮਰੇਡਾਂ ਨੇ ਨੁਕਸਾਨ ਕਰ ਦਿੱਤਾ। ਬਾਕੀ ਜਿਹੜੀ ਗੱਲਬਾਤ ਤੁਸੀਂ ਕਹਿੰਦੇ ਹੋ ਵੀ ਵੀ ਪ੍ਰਾਊਡ ਟੂ ਬੀ ਕਾਮਰੇਡ, ਤੁਸੀਂ ਕਹਿੰਦੇ ਹੋ ਵੀ ਅਸੀਂ ਕਾਮਰੇਡ ਵਾਂ, ਅਸੀਂ ਫਲਾਨਾ ਵੀ ਕਾਮਰੇਡ, ਮੈਂ ਤੁਹਾਨੂੰ ਇੰਨੀ ਗੱਲ ਆਨਾ ਵਾਂ ਵੀ ਬਾਬੇ ਨਾਨਕ ਤੋਂ ਬਾਅਦ ਤੁਸੀਂ ਫਿਰ ਜਿਹੜੇ ਤੁਸੀਂ ਕਾਮਰੇਡ ਹੋ, ਤੁਸੀਂ ਆਪਣੀ ਕੋਈ ਪ੍ਰਾਪਤੀ ਦੱਸ ਦਿਓ, ਇੱਕ ਵੀ ਪ੍ਰਾਪਤੀ ਦੱਸ ਦਿਓ। ਤੇ ਆਪਾਂ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ। ਜੇ ਤੁਸੀਂ ਆਪਣੇ ਕਾਮਰੇਡ ਸਾਥੀ ਲੈ ਕੇ ਆਉਣੇ ਚਾਹੁੰਦੇ ਹੋ 2-4 ਲੈ ਆਇਓ, ਅਸੀਂ ਆਪਣੇ 2-4 ਬੰਦੇ ਲੈ ਆਵਾਂਗੇ, ਤੇ ਫਿਰ ਆਪਾਂ ਜਿਹੜੀ ਉੱਥੇ ਦੁਨੀਆ ਦੇ ਸਾਹਮਣੇ ਆਪਾਂ ਜਿਹੜੀ ਆ ਉਹ ਰੱਖਾਂਗੇ। ਡਾਕਟਰ ਸਾਹਿਬ ਤੁਸੀਂ ਇੰਨੀ ਗੱਲਬਾਤ ਕਹੀ ਆ ਕਿ ਤੁਸੀਂ ਲਿਟਰੇਚਰ ਪੜ੍ਹੋ। ਤੁਸੀਂ ਹੁਣ ਉਹ ਲਿਟਰੇਚਰ ਲੈ ਕੇ ਆਉਣਾ ਵਾ ਜਿਹੜੇ ਲਿਟਰੇਚਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਕਾਮਰੇਡ ਸੀ, ਉਹ ਲਿਟਰੇਚਰ ਲੈ ਕੇ ਆਉਣਾ ਵਾ ਜਿਹੜੇ ਲਿਟਰੇਚਰ ਦੇ ਵਿੱਚ ਜਿਹੜਾ ਮਤਲਬ ਵੀ ਜਿੱਥੇ ਬਾਬਾ ਨਾਨਕ ਕਾਮਰੇਡ ਲੱਗਾ ਤੁਹਾਨੂੰ, ਤੁਸੀਂ ਉਹ ਲਿਟਰੇਚਰ ਲੈ ਕੇ ਆਉਣਾ ਵਾ ਜਿਹੜੇ ਵਿੱਚ ਤੁਹਾਨੂੰ ਗਦਰੀ ਬਾਬੇ ਕਾਮਰੇਡ ਲੱਗੇ। ਫਿਰ ਅਸੀਂ ਉਹ ਲਿਟਰੇਚਰ ਲੈ ਕੇ ਆਵਾਂਗੇ ਜਿਹੜੇ ਲਿਟਰੇਚਰ ਦੇ ਵਿੱਚ ਨਾ ਕਰਤਾਰ ਸਿੰਘ ਸਰਾਭਾ ਕਾਮਰੇਡ ਹੋਊਗਾ, ਨਾ ਗੁਰੂ ਨਾਨਕ ਸਾਹਿਬ ਕਾਮਰੇਡ ਹੋਣਗੇ, ਤੇ ਨਾ ਗਦਰੀ ਬਾਬੇ ਕਾਮਰੇਡ ਹੋਣਗੇ। ਆਪਾਂ ਕਿਸੇ ਪਬਲਿਕ ਪਲੇਟਫਾਰਮ ਤੇ ਗੱਲਬਾਤ ਕਰਾਂਗੇ ਨਾ। ਤੁਸੀਂ ਅੱਜ ਤੱਕ ਸਾਰਿਆਂ ਨੇ ਕੀਤਾ ਕੀ? ਇਕੱਲਿਆਂ ਨੇ ਇੰਟਰਵਿਊ ਕੀਤੀਆਂ ਨਾ, ਕਿਸੇ ਚੈਨਲ ਦੇ ਉੱਤੇ ਬਹਿ ਕੇ ਕਿਸੇ ਬੰਦੇ ਨਾਲ ਡਿਬੇਟ ਤੇ ਨਹੀਂ ਨਾ ਕੀਤੀ। ਅਸੀਂ ਤਿਆਰ ਵਾਂ। ਸਾਡੇ 4 ਬੰਦੇ, ਭਾਈ ਦਲਜੀਤ ਸਿੰਘ ਜੀ ਮੇਰੇ ਸਾਹਮਣੇ ਖੜੇ ਆ, ਭਾਈ ਮਲਕੀਤ ਸਿੰਘ ਜੀ ਹੈਗੇ ਆ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੈਗੇ ਆ ਸਾਡੇ ਕੋਲ, ਹੋਰ ਸਾਡੇ ਕੋਲ ਬਹੁਤ ਸਿੰਘ ਹੈਗੇ ਆ। ਅਸੀਂ ਕਿਸੇ ਹਰੇਕ ਥਾਂ ਦੇ ਉੱਤੇ ਕਿਸੇ ਵੀ ਤੁਹਾਡੇ ਪਲੇਟਫਾਰਮ ਦੇ ਉੱਤੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਸੋ ਵੀ ਪ੍ਰਾਊਡ ਟੂ ਬੀ ਏ ਸਿੱਖ, ਫੱਕ ਕਮਿਊਨਿਜ਼ਮ। ਅਸੀਂ ਕਾਮਰੇਡ ਨਹੀਂ ਹੈਗੇ, ਨਾ ਸਾਡੇ ਗੁਰੂ ਸਾਹਿਬ ਕਾਮਰੇਡ ਹੀ, ਨਾ ਸਾਡੇ ਗਦਰੀ ਬਾਬੇ ਕਾਮਰੇਡ ਹੀ, ਨਾ ਕਰਤਾਰ ਸਿੰਘ ਸਰਾਭਾ ਕਾਮਰੇਡ ਹੀ। ਜੇ ਕੋਈ ਕਾਮਰੇਡ ਸੀ ਤਾਂ ਸਿਰਫ ਭਗਤ ਸਿੰਘ ਕਾਮਰੇਡ ਸੀ, ਤੁਹਾਡਾ ਲਾਲਾ ਲਾਜਪਤ ਰਾਏ ਕਾਮਰੇਡ ਹੋਊਗਾ। ਅਸੀਂ ਕਾਮਰੇਡ ਨਹੀਂ ਹੈਗੇ। ਅਸੀਂ ਟਿਕਟਾਂ ਪਿੱਛੇ ਸ਼ਹੀਦ ਨਹੀਂ ਹੋਏ। ਜਿਨ੍ਹਾਂ ਨੂੰ ਤੁਸੀਂ ਕਹਿੰਦੇ ਨਾ ਸ਼ਹੀਦ, ਟਿਕਟਾਂ ਸਸਤੀਆਂ ਕਰਨ ਵਾਸਤੇ ਤੁਸੀਂ ਲੋਕੀ ਅੱਜ ਵੀ ਮੇਲੇ ਮਨਾਉਂਦੇ ਕਾਮਰੇਡ ਵੀ ਟਿਕਟਾਂ ਸਸਤੀਆਂ ਕਰਨ ਵਾਸਤੇ ਸਿਨੇਮੇ ਦੀਆਂ ਸ਼ਹੀਦੀਆਂ ਦੇਤੀਆਂ ਚਿੜੀਆਂ ਮਾਰ ਕੇ, ਮਤਲਬ ਵੀ ਤੁਸੀਂ ਸੋਚਦੇ ਬੜੇ ਵਧੀਆ ਕੰਮ ਕਰ ਰਹੇ। ਆਈ ਹੇਟ ਕਮਿਊਨਿਜ਼ਮ, ਆਈ ਹੇਟ ਕਾਮਰੇਡ ਐਂਡ ਆਈ ਫੱਕ ਕਾਮਰੇਡ। ਸਾਰਿਆਂ ਨੂੰ ਤੁਹਾਡੇ ਵੇ ਦੇ ਨਾਲ ਹੁਣ ਜਵਾਬ ਦਿੱਤੇ ਜਾਣਗੇ। ਜਿਹੜਾ ਪ੍ਰੋਪੋਗੰਡਾ ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਕਰਦੇ ਹੋ, ਅਸੀਂ ਉਹ ਆਪਣੇ ਕਲੱਬਾਂ ਦੇ ਵਿੱਚ, ਰੂਮਾਂ 'ਚ ਜਾਂ ਪੇਜਾਂ ਦੇ ਉੱਤੇ ਕਿਤੇ ਵੀ ਚਲਾਵਾਂਗੇ। ਪਰ ਤੁਹਾਡੇ ਹਰੇਕ ਗੱਲ ਦਾ ਜਿਹੜਾ ਜਵਾਬ ਆ ਉਹ ਤੁਹਾਨੂੰ ਦਿੱਤਾ ਜਾਊਗਾ। ਸਿੱਖ ਵਰਸੇਜ ਕਾਮਰੇਡ ਕਿੰਨੇ ਬਣਾਇਆ? ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਆਣਾ, ਡਾਕਟਰ ਸਾਹਿਬ ਕਿਤੇ ਬਹੁਤ ਸਹੀ ਸਾਹਮਣੇ ਬੈਠੋ ਤਾਂ ਸਹੀ, ਫਿਰ ਤੁਹਾਨੂੰ ਇੱਕ ਘਟਨਾ ਤੋਂ ਜਾਣੂ ਕਰਾਵਾਂਗੇ ਵੀ ਕਿਹੜੇ ਬੰਦੇ ਨੇ ਸਿੱਖ ਵਰਸੇਜ ਕਾਮਰੇਡ ਗੱਲ ਤੋਰੀ, ਅਸੀਂ ਤੋਰੀ ਜਾਂ ਤੁਸੀਂ ਤੋਰੀ। ਤੇ ਇਹ ਗੱਲ ਜਨਤਕ ਤੌਰ ਦੇ ਉੱਤੇ ਆਪਾਂ ਕਰਨ ਨੂੰ ਤਿਆਰ ਹਾਂ। 4 ਸਿੰਘ ਸਾਡੇ ਹੋਣਗੇ, 4 ਸਿੰਘ ਤੁਸੀਂ ਆ ਜਾਓ, 5 ਆ ਜਾਓ, 10 ਆ ਜਾਓ, 20 ਆ ਜਾਓ, ਅਸੀਂ 4 ਜਣੇ ਬਹਿ ਜਾਾਂਗੇ। ਮੈਂ ਇੱਕ ਲਫ਼ਜ਼ ਆਪਣੀ ਜ਼ੁਬਾਨ ਤੋਂ ਨਹੀਂ ਬੋਲੂੰਗਾ, ਭਾਈ ਦਲਜੀਤ ਸਿੰਘ ਹੋਣੀ ਬੋਲਣਗੇ, ਭਾਈ ਮਲਕੀਤ ਸਿੰਘ ਹੋਣੀ ਬੋਲਣਗੇ, ਹੋਰ 2-4 ਸਿੰਘ ਹੈਗੇ ਸਾਡੇ ਕੋਲ। ਬਾਕੀ ਡਾਕਟਰ ਸਾਹਿਬ ਤੁਸੀਂ ਇਹ ਕਦੀ ਸੋਚ ਦਿਲ 'ਚ ਨਾ ਰੱਖਿਓ ਵੀ ਸਾਨੂੰ ਤੁਹਾਡੇ ਨਾਲ ਕੋਈ ਪਰਸਨਲ ਰੰਜਿਸ਼ ਆ, ਸਾਨੂੰ ਤੁਹਾਡੇ ਨਾਲ ਕੋਈ ਪਰਸਨਲ ਰੌਲਾ ਵਾ। ਸਾਡਾ ਰੌਲਾ ਤੁਹਾਡੇ ਨਾਲ ਸਿਰਫ ਇਸ ਗੱਲ ਦਾ ਕਿ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਕਾਮਰੇਡ ਸ਼ੋ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਗੁਰਸਿੱਖ ਬੰਦੇ ਸੀ, ਗੁਰੂ ਨੂੰ ਪਿਆਰ ਕਰਨ ਵਾਲੇ ਸੀ। ਉਹ ਸਾਰੇ ਬੰਦੇ ਕਾਮਰੇਡ ਨਹੀਂ ਸੀ ਹੈਗੇ। ਤੁਸੀਂ ਯੂਥ ਨੂੰ ਇੱਕ ਖੰਡ ਦੇ ਵਿੱਚ ਲਪੇਟ ਕੇ ਜ਼ਹਿਰ ਦੇ ਰਹੇ ਹੋ, ਗੁਰੂ ਸਾਹਿਬ ਨੂੰ ਤੋੜ ਕੇ ਇੱਕ ਕਮਿਊਨਿਜ਼ਮ ਦੀ ਵਿਚਾਰਧਾਰਾ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਜਿਹੜੀ ਆ ਉਹ ਬਰਦਾਸ਼ਤ ਨਹੀਂ ਹੋਣਾ। ਬਟ ਡਾਕਟਰ ਸਾਹਿਬ ਪੰਜਾਬ ਨੀਡ ਵਾ, ਜੇ ਪੰਜਾਬ ਨੂੰ ਮੇਰੀ ਨੀਡ ਆ ਤੇ ਮੈਂ ਆਪਣੀ ਔਕਾਤ ਦੇ ਮੁਤਾਬਕ ਪੰਜਾਬ ਲਈ ਬਹੁਤ ਕੁਝ ਕਰ ਰਿਹਾ। ਡਾਕਟਰ ਸਾਹਿਬ ਮੇਰੇ ਬਾਰੇ ਸਰਚ ਕਰ ਲਿਓ ਵੀ ਪੰਜਾਬ ਬਾਰੇ ਅਸੀਂ ਕੀ ਕਰ ਰਹੇ ਹਾਂ, ਤੇ ਆਪਣੇ ਪੰਜਾਬ ਲਈ ਕਰਨ ਲਈ ਕਿੰਨਾ ਬੰਦਿਆਂ ਨਾਲ ਦੁਸ਼ਮਣੀਆਂ ਪਾ ਕੇ ਬੈਠੇ ਆ।
ਇੱਕ ਸਿਰਫ ਪੰਜਾਬ ਦੀ ਗੱਲ ਕਰਨ ਵਾਸਤੇ ਕਿਹੜੇ ਬੰਦਿਆਂ ਨਾਲ ਅਸੀਂ ਦੁਸ਼ਮਣੀਆਂ ਪਾ ਕੇ ਬੈਠੇ ਆ, ਇਹ ਗੱਲਬਾਤ ਪਤਾ ਕਰ ਲਿਓ। ਸੋ ਗੱਲਬਾਤ ਡਾਕਟਰ ਸਾਹਿਬ ਮੋਸਟ ਵੈਲਕਮ ਆ, ਡਾਕਟਰ ਸਾਹਿਬ ਤੁਹਾਡਾ ਮੋਸਟ ਵੈਲਕਮ ਆ, ਵੀ ਲਵ ਯੂ। ਤੁਸੀਂ ਆਪਣੀ ਜੌਬ ਛੱਡ ਕੇ ਗਏ ਹੋ, ਤੁਸੀਂ ਆਪਣਾ ਕੈਰੀਅਰ ਛੱਡ ਕੇ ਗਏ ਹੋ, ਤੁਸੀਂ ਪੰਜਾਬ ਲਈ ਕੋਈ ਚੰਗਾ ਕਰਨਾ ਚਾਹੁੰਦੇ ਹੋ। ਮੈਂ ਤੁਹਾਨੂੰ ਇੰਨੀ ਗੱਲ ਕਰਦਾ, ਤੁਸੀਂ ਜੇ ਤੁਸੀਂ ਗੱਲਬਾਤ ਕੀਤੀ, ਤੁਸੀਂ ਇੱਕ ਹਸਪਤਾਲ ਬਣਾਉਣ ਦੀ ਗੱਲਬਾਤ ਕੀਤੀ ਵੀ ਅਸੀਂ ਜਲੰਧਰ ਦੇ ਵਿੱਚ ਇੱਕ ਹਸਪਤਾਲ ਬਣਾਵਾਂਗੇ, ਮੈਂ ਤੁਹਾਡੇ ਲਈ ਅੱਜ ਅਨਾਉਂਸਮੈਂਟ ਕਰਦਾ, ਜਿੰਨਾ ਚਿਰ ਤੁਹਾਡਾ ਹਸਪਤਾਲ ਬਣ ਕੇ ਸ਼ੁਰੂਆਤ ਹੋਣ ਤੋਂ ਐਂਡ ਤੱਕ ਜਿੱਦਾਂ ਤੁਸੀਂ ਹਸਪਤਾਲ ਬਣਾਉਂਦੇ ਜੇ 30 ਲੱਖ ਰੁਪਏ ਦਾ ਮਟੀਰੀਅਲ ਮੈਂ ਸਟਾ ਕੇ ਦਊਂਗਾ ਤੁਹਾਨੂੰ। 30 ਲੱਖ ਰੁਪਏ ਦੀ ਹਾਂ ਮੈਂ ਕਰਦਾ, ਜਿੰਨੀ ਕਿ ਮੇਰੀ ਔਕਾਤ ਆ ਮੈਂ ਆਪਣੀ ਟੀਮ ਵੱਲੋਂ 30 ਲੱਖ ਰੁਪਏ ਦੀ ਹਾਂ ਕਰਦਾ। ਤੁਸੀਂ ਅੱਜ ਹਸਪਤਾਲ ਰੰਭ ਦਿਓ, ਇਹੀ ਗੱਲ ਖਾਲਸਾ ਸਾਈਡ ਨੂੰ ਕਹੀ ਪੰਜਾਬ ਦੇ ਵਿੱਚ ਹਸਪਤਾਲ ਰੰਭ ਦਿਓ, ਉਦੋਂ ਹੀ 30 ਲੱਖ ਰੁਪਏ ਦੀ ਹਾਂ ਕਰ ਦਾਂਗੇ। ਤੁਸੀਂ ਇੱਕ ਹਸਪਤਾਲ ਰੰਭਣ ਦੀ ਗੱਲ ਕੀਤੀ ਜਲੰਧਰ ਦੇ ਵਿੱਚ, ਜਾਓ 30 ਲੱਖ ਰੁਪਈਆ ਮੈਂ ਦਿੰਦਾ ਤੇ ਮੈਂ 1 ਕਰੋੜ ਰੁਪਏ ਦੀ ਗਾਰੰਟੀ ਦਿੰਦਾ। 1 ਕਰੋੜ ਰੁਪਏ ਤੱਕ ਮਟੀਰੀਅਲ ਤੁਹਾਡੇ ਹਸਪਤਾਲ ਦੇ ਵਿੱਚ ਮੈਂ ਭਾਵੇਂ ਲੋਕਾਂ ਦੇ ਹੱਥ ਜੋੜ ਕੇ, ਭਾਵੇਂ ਲੋਕਾਂ ਦੇ ਪੈਰੀਂ ਪੈ ਕੇ ਮੈਂ ਇਕੱਠਾ ਕਰਕੇ ਦੇਵਾਂ। ਮੈਂ 1 ਕਰੋੜ ਰੁਪਏ ਦਾ ਮਟੀਰੀਅਲ ਤੁਹਾਡੇ ਹਸਪਤਾਲ ਦੇ ਵਿੱਚ ਦਊਂਗਾ। ਸੋ ਚੜ੍ਹਦੀ ਕਲਾ ਬਾਬਿਓ, ਬਾਕੀ ਚੜ੍ਹਦੀ ਕਲਾ ਸਾਰਿਆਂ ਨੂੰ, ਵੀਰਾਂ ਨੂੰ ਨਮਸਤੇ, ਸਤਿ ਸ੍ਰੀ ਅਕਾਲ। ਤੇ ਬਾਕੀ ਜੋ ਕੁਝ ਵੀ ਹੈਗਾ ਵੀਰ ਮੇਰੇ ਸਾਰੇ, ਕਿਉਂਕਿ ਕੁਝ ਵੀਰ ਹਿੰਦੂ ਵੀ ਆਪਣੇ ਨਾਲ ਬੜੇ ਪਿਆਰ ਵਾਲੇ ਭਾਵਨਾ ਵਾਲੇ ਜੁੜੇ ਹੁੰਦੇ ਆ। ਸੋ ਫਿਰ ਇੱਕ ਵਾਰੀ ਗੱਲ ਆਣੇ ਆ, ਡਾਕਟਰ ਸਾਹਿਬ ਭਾਵੇਂ ਫੇਕ ਆਈਡੀ ਹੈ ਭਾਵੇਂ ਤੁਹਾਡੀ ਓਰੀਜਨਲ ਆਈਡੀ ਹੈ, ਇਸ ਗੱਲ ਦਾ ਨਹੀਂ ਪਤਾ। ਸੋ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਪਲੀਜ਼ ਬਾਈ, ਜੇ ਕਿਤੇ ਮੇਰਾ ਲਾਈਵ ਤੁਸੀਂ ਬਾਅਦ 'ਚ ਵੀ ਸੁਣ ਲਓ, ਇਹ ਆਪਣਾ ਕਾਮਰੇਡੀ ਵਾਲਾ ਨੈਰੇਟਿਵ ਪਲੀਜ਼ ਪੰਜਾਬ ਦੇ ਲੋਕਾਂ ਤੋਂ ਥੋੜ੍ਹਾ ਜਿਹਾ ਦੂਰ ਰੱਖੋ, ਪੰਜਾਬ ਦੇ ਯੂਥ ਤੋਂ ਥੋੜ੍ਹਾ ਦੂਰ ਰੱਖੋ। ਸੋ ਚੜ੍ਹਦੀ ਕਲਾ ਬਾਬਿਓ, ਆਪਾਂ ਹੁਣ ਆਗਿਆ ਦਿਓ, ਲੋਡ ਲੈ ਕੇ ਵੀ ਜਾਣਾ ਤੇ ਫਿਰ ਬਾਈ ਜੀ ਆਪਾਂ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।